ਸਾਰੀ ਸਿਆਣਪ ਇਕੱਠੀ ਹੋਈ। ਹੁਣ ਇੱਥੇ ਉਹ ਕਹਿ ਰਹੇ ਆ ਕਿ ਗੁਰੂ ਸਾਹਿਬ ਦੇ ਅੰਦਰ ਜਿਹੜੀ ਇੱਛਾ ਸੀਗੀ ਉਹ ਸੀਗੀ ਭਾਰਤ ਦੇ ਸਮਾਜ ਨੂੰ ਮੁਗਲਾਂ ਦੇ ਥੱਲਿਓਂ ਆਜ਼ਾਦ ਕਰਾਉਣਾ। ਇਹ ਸੀਗੀ ਉਹਨਾਂ ਦੇ ਅੰਦਰ ਇੱਛਾ, ਗੁਰੂ 10ਵੇਂ ਪਾਤਸ਼ਾਹ ਦੇ ਅੰਦਰ ਇਹ ਇੱਛਾ ਸੀ ਕਿ ਮੁਗਲ ਰਾਜ ਦੇ ਥੱਲਿਓਂ ਮੈਂ ਆਪਣਾ ਸਮਾਜ ਆ ਜਿਹੜਾ ਭਾਰਤ ਆ ਉਹਨੂੰ ਆਜ਼ਾਦ ਕਰਾਉਣਾ। ਇਹ ਉਹਨਾਂ ਦੇ ਅੰਦਰ ਇੱਛਾ ਸੀ। ਜੀ ਬਿਲਕੁਲ। ਅੱਛਾ, ਹੁਣ ਕੀ ਆ ਪਹਿਲੀ ਪੰਕਤੀ ਆ ਜਿਹੜੇ ਉਹਦੇ ਵਿੱਚ ਲਿਖਿਆ, ਉਹ ਕਹਿੰਦੇ ਈਸ਼ਵਰ ਦੀ, ਕਹਿਣ ਦਾ ਮਤਲਬ ਗੁਰੂ ਸਾਹਿਬ ਦੇ ਅੰਦਰ ਜਦੋਂ ਖਾਸ਼ ਸੀਗੀ ਆ, ਉਹ ਖਾਸ਼ ਨੂੰ ਪ੍ਰਾਪਤ ਕਰਨ ਦੀ ਇੱਛਾ ਨੂੰ ਪ੍ਰਾਪਤ ਕਰਨ ਦੀ ਇੱਛਾ ਨੂੰ ਵਰਨ ਦੀ ਜਦੋਂ ਸਾਰੀ ਸਿਆਣਪ ਇਕੱਠੀ ਹੋ ਗਈ। ਜੀ। ਦੂਸਰੀ ਪੰਕਤੀ ਆ ਜਿਹੜੀ ਉਹ ਕਹਿੰਦੇ ਈਸ਼ਵਰ ਦੀ ਜਦ ਸਾਰੀ ਸ਼ਕਤੀ ਇਕੱਠੀ ਹੋਈ। ਇਹਦੇ ਵਿੱਚ ਲਿਖਿਆ ਹੈ ਫਿਰ ਜਦੋਂ ਗੁਰੂ ਸਾਹਿਬ ਦੇ ਅੰਦਰ ਉਹ ਜਿਹੜੀ ਖਾਸ਼ ਸੀ ਉਹਨੂੰ ਵਰਨ ਦੀ ਪ੍ਰਾਪਤ ਕਰਨ ਦੀ ਸਾਰੀ ਸ਼ਕਤੀ ਇਕੱਠੀ ਹੋ ਗਈ। ਜੀ। ਤੀਸਰੀ ਪੰਕਤੀ ਆ ਜਿਹੜੀ ਉਹਦੇ ਵਿੱਚ ਲਿਖਿਆ ਈਸ਼ਵਰ ਦੀ ਜਦ ਸਾਰੀ ਕਲਾ ਇਕੱਠੀ ਹੋ ਗਈ। ਸੋ ਗੁਰੂ ਸਾਹਿਬ ਦੇ ਅੰਦਰ ਹਰ ਇੱਕ ਕਲਾ ਜਿਹਦੀ ਲੋੜ ਸੀ ਉਹਨਾਂ ਨੂੰ ਉਹ ਇੱਛਾ ਆਪਣੇ ਅੰਦਰ ਜਿਹੜੀ ਉਹਨਾਂ ਦੇ ਸੀਗੀ ਉਹਨੂੰ ਪ੍ਰਾਪਤ ਕਰਨ ਦੀ, ਇੱਛਾ ਨੂੰ ਵਰਨ ਦੀ ਸਾਰੀ ਕਲਾ ਵੀ ਇਕੱਠੀ ਹੋ ਗਈ। ਜੀ। ਤੇ ਅਗਲੀ ਪੰਕਤੀ ਕਹਿੰਦੇ ਆ ਕਿ ਉਹਨਾਂ ਦੇ ਅੰਦਰ ਫਿਰ ਸਾਰਾ ਸੁਹੱਪਣ ਵੀ ਇਕੱਠਾ ਹੋਇਆ। ਜੀ। ਉਸ ਤੋਂ ਅਗਲੀ ਪੰਕਤੀ ਆ ਉਹ ਕਹਿੰਦੇ ਈਸ਼ਵਰ ਦਾ ਜਦ ਸਾਰਾ ਰਸ ਇਕੱਠਾ ਹੋਇਆ, ਫਿਰ ਜਦੋਂ ਉਹਨਾਂ ਦੇ ਅੰਦਰ ਉਹ ਸਾਰੇ ਗੁਣ ਪੈਦਾ ਹੋ ਗਏ, ਉਹਨਾਂ ਦੇ ਵਿੱਚੋਂ ਫਿਰ ਉਹਨਾਂ ਦੇ ਅੰਦਰ ਇੱਕ ਰਸ ਪੈਦਾ ਹੋ ਗਿਆ ਉਸ ਇੱਛਾ ਨੂੰ ਵਰਨ ਦਾ, ਇੱਛਾ ਨੂੰ ਪ੍ਰਾਪਤ ਕਰਨ ਦਾ। ਅਗਲੀ ਪੰਕਤੀ ਜਿਹੜੀ ਹੈਗੀ ਆ ਉਹ ਕਹਿੰਦੇ ਉਸ ਸਾਰੇ ਜੋਗ ਤੋਂ ਇੱਕ ਮੁਜੱਸਮਾ ਬਣਿਆ। ਇਹ ਸਾਰਾ ਕੁਝ ਇਕੱਠਾ ਕਰਕੇ ਕਹਿੰਦੇ ਆ ਫਿਰ ਉਹ ਜਿਹੜਾ ਸੀਗਾ ਉਹਦੇ ਤੋਂ ਇੱਕ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਆ ਤਸਵੀਰ ਬਣ ਗਈ। ਇੱਕ ਜੀ। ਮੁਜੱਸਮਾ ਦਾ ਮਤਲਬ ਹੁੰਦਾ ਤਸਵੀਰ, ਤੇ ਉਹ ਤਸਵੀਰ ਬਣ ਗਈ। ਤੇ ਉਸੇ ਮੁਜੱਸਮੇ ਦਾ ਜਾਨੀ ਕਿ ਉਸੇ ਤਸਵੀਰ ਦਾ ਨਾਂ ਇਹ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਜੀ। ਇਹ ਲਿਖਦੇ ਨੇ ਲਾਲਾ ਦੌਲਤ ਰਾਏ ਜੀ। ਤੇ ਹੁਣ ਕੀ ਆ ਕਿ ਅੱਗੇ ਆਪਾਂ ਜਾਣਾ, ਗੱਲ ਕਰਨੀ ਆਪਾਂ। ਪਿਛਲੀ ਵਾਰੀ ਆਪਾਂ ਪ੍ਰੋਗਰਾਮ ਦਿੱਤਾ ਸੀ, ਚਾਹ ਦੀ ਗੱਲ ਕੀਤੀ ਸੀ ਕਿ ਚਾਹ ਕਿੱਦਾਂ ਇੰਡਸਟਰੀ ਗੋਰਿਆਂ ਨੇ ਤਿਆਰ ਕਰਕੇ ਤੇ ਕਿੱਦਾਂ ਲੋਕ ਕਿੰਨੇ ਪੈਸੇ ਚਾਹ ਦੇ ਉੱਤੇ ਖਰਚਦੇ ਆ ਤੇ ਕਿੰਨੀਆਂ ਕਿੰਨੀਆਂ ਉਹ ਤਕਲੀਫਾਂ ਝੱਲਦੇ ਆ। ਅੱਗ ਬਾਲੋ ਜੀ, ਅੱਖਾਂ 'ਚ ਧੂੰਆਂ ਪੈਂਦਾ, ਹੁਣ ਤਾਂ ਚਲੋ ਗੈਸ ਆ ਗਿਆ। ਅੱਛਾ, ਹੁਣ ਇਸ ਤੋਂ ਅਗਲੀ ਗੱਲ ਆ ਜਿਹੜੀ ਉਹ ਹੈਗਾ ਤੰਬਾਕੂ। ਤੰਬਾਕੂ ਜਿਹੜਾ ਸੀਗਾ ਗੁਰੂ 10ਵੇਂ ਪਾਤਸ਼ਾਹ ਦੇ ਬਾਰੇ 'ਚ ਇਹ ਕਹਿੰਦੇ ਆ ਕਿ ਉਹ ਕਹਿੰਦੇ ਇੱਕ ਵਾਰੀ ਘੋੜੇ ਤੇ ਜਾਂਦੇ ਸੀ। ਜੀ ਬਿਲਕੁਲ। ਤੇ ਰਾਹ ਦੇ ਵਿੱਚ ਉਹ ਤੰਬਾਕੂ ਬੀਜਿਆ ਸੀ ਕਿਸੇ ਦਾ ਖੇਤ, ਤੇ ਉਹ ਕਹਿੰਦੇ ਘੋੜਾ ਉੱਥੇ ਜਾ ਕੇ ਰੁਕ ਗਿਆ ਸੀ, ਅੰਦਰ ਨਹੀਂ ਵੜਿਆ, ਤੇ ਉਹ ਤੰਬਾਕੂ ਦੇ ਖੇਤ ਦੇ ਵਿੱਚ ਵੜਿਆ ਨਹੀਂ ਸੀ। ਜੀ। ਅੱਛਾ, ਇਹ ਗੱਲਾਂ ਜਿਹੜੀਆਂ ਅਸਲੀਅਤ ਹੋਰ ਹੁੰਦੀ ਆ ਤੇ ਆਪਾਂ ਜਿਹੜੇ ਆ ਵਿਗਾੜ ਲੈਂਦੇ ਇਹਨਾਂ ਗੱਲਾਂ ਨੂੰ। ਉਹ ਅਸਲ ਦੇ ਵਿੱਚ ਗੱਲ ਕੀ ਸੀ, ਉਹ ਇਹ ਨਹੀਂ ਸੀਗਾ ਕਿ ਘੋੜਾ ਤੰਬਾਕੂ ਦੇ ਖੇਤ ਦੇ ਵਿੱਚ ਨਹੀਂ ਵੜਿਆ ਸੀ। ਘੋੜਾ ਤਾਂ ਜਿੱਧਰ ਨੂੰ ਹੱਕ ਦੀ ਉਹਨੇ ਤੁਰ ਪੈਣਾ, ਉਹਨੇ ਭੱਜ ਲੈਣਾ। ਜੀ। ਅਸਲ ਦੇ ਵਿੱਚ ਉਹ ਗੱਲ ਇਹ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਪਤਾ ਸੀ, ਉਹ ਬਹੁਤ ਜ਼ਿਆਦਾ ਡੀਪਲੀ ਪੜ੍ਹ ਚੁੱਕੇ ਸੀ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਗਿਆਨ ਸੀ। ਉਹਨਾਂ ਨੂੰ ਇਹ ਵੀ ਪਤਾ ਸੀ ਕਿ ਅੰਗਰੇਜ਼ ਭਾਰਤ ਦੇ ਵਿੱਚ ਆ ਗਏ ਹੋ ਆ। ਜੀ। ਅਸਲ ਦੇ ਵਿੱਚ ਗੱਲ ਇਹ ਸੀਗੀ ਕਿ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਅੰਗਰੇਜ਼ ਕਰਦੇ ਕੀ। ਤੇ ਉਹਨਾਂ ਨੇ ਕੀ ਕੀਤਾ, ਜਦੋਂ ਉਹਨਾਂ ਨੇ ਪਿਛਲਾ ਇਤਿਹਾਸ ਸਾਰਾ ਪੜ੍ਹਿਆ ਸੀ, ਕਈ ਹਜ਼ਾਰ ਸਾਲ ਦਾ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਨੇ ਪੜ੍ਹਿਆ ਸੀ। ਉੱਥੇ ਜਾ ਕੇ ਜਦੋਂ ਗਏ ਸੀ ਆਪਣੇ ਹੇਮਕੁੰਟ ਪਰਬਤ ਦੇ ਉੱਤੇ, ਉੱਥੇ ਉਹਨੇ ਇਹੀ ਕੀਤਾ ਸੀ, ਇਕਾਂਤ ਦੇ ਵਿੱਚ ਬੈਠ ਕੇ ਸਾਰੀ ਦੁਨੀਆ ਦਾ ਇਤਿਹਾਸ ਪੜ੍ਹਿਆ ਸੀ, ਪਿਛਲੀ ਹਿਸਟਰੀ। ਬਿਲਕੁਲ। ਤੇ ਹੁਣ ਕੀ ਆ ਕਿ ਜਦੋਂ ਉਹਨਾਂ ਨੇ ਗੁਰੂ ਸਾਹਿਬ ਜਾਂਦੇ ਸੀਗੇ ਤੇ ਉਹਨਾਂ ਨੇ ਦੇਖਿਆ ਤੰਬਾਕੂ, ਤੇ ਉਹਨਾਂ ਨੇ ਦੇਖਿਆ ਵੀ ਆਹ ਜਿਹੜੀ ਚੀਜ਼ ਆ, ਆਹ ਫਸਲ ਆ, ਇਹ ਮੈਂ ਅੱਜ ਤੱਕ ਕਦੇ ਪੜ੍ਹੀ ਨਹੀਂ, ਲਿਖੀ ਨਹੀਂ, ਸੁਣੀ ਨਹੀਂ, ਇਹ ਕੋਈ ਨਵੀਂ ਚੀਜ਼ ਆਈ ਆ ਭਾਰਤ ਦੇ ਵਿੱਚ। ਮੈਂ ਦੇਖਾਂ ਤਾਂ ਇਹ ਕਿੱਥੋਂ ਆਈ ਆ, ਇਹ ਕਿਹਨੇ ਲਿਆਂਦੀ ਆ, ਤੇ ਇਹਦੇ ਗਾਹਾਂ ਨੁਕਸਾਨ ਕੀ ਹੋ ਸਕਦੇ। ਜੀ। ਸੋ ਗੁਰੂ ਸਾਹਿਬ ਨੇ ਉੱਥੇ ਖੜ ਕੇ ਰੁਕ ਕੇ ਉਹ ਫਸਲ ਨੂੰ ਦੇਖਿਆ, ਉਹਨੂੰ ਐਨਾਲਾਈਜ਼ ਕੀਤਾ, ਉਹਦੀ ਸ਼ਨਾਖਤ ਕੀਤੀ, ਤੇ ਉਹਨਾਂ ਨੇ ਫਿਰ ਉਹ ਸਾਰਾ ਕੁਝ ਦੇਖ ਕੇ ਵੀ ਕੌਣ ਲੈ ਕੇ ਆਇਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੇ ਇਹੀ ਲੋਕ ਆ, ਜਿਹੜੇ ਇਹ ਵਪਾਰੀ ਆ। ਉਸ ਸਮੇਂ ਤੋਂ ਪਹਿਲਾਂ ਅੰਗਰੇਜ਼ ਜਿਹੜੇ ਸੀ, ਉਹ ਕੋਲੰਬਸ ਆਇਆ ਇੱਥੇ ਅਮਰੀਕਾ ਦੇ ਵਿੱਚ 1492 ਵਿੱਚ, ਉਸ ਤੋਂ ਬਾਅਦ ਕੁਛ ਸਾਲ ਬਾਅਦ ਚ ਅੰਗਰੇਜ਼ ਆਏ ਆ। ਜੀ। ਸੋ ਇਹ ਜਿਹੜੀ ਪ੍ਰੋਡਕਟ ਸੀ, ਇਹ ਅੰਗਰੇਜ਼ਾਂ ਦੇ ਅਮਰੀਕਾ ਆਉਣ ਤੋਂ ਪਹਿਲਾਂ ਦੁਨੀਆ 'ਚ ਹੋਰ ਕਿਤੇ ਨਹੀਂ ਸੀ ਹੁੰਦੀ, ਸਿਰਫ ਅਮਰੀਕਨ ਕੰਟੀਨੈਂਟ ਦੇ ਉੱਤੇ ਹੁੰਦੀ ਸੀ। ਬਿਲਕੁਲ। ਅੱਛਾ, ਜਿਹੜੇ ਅੰਗਰੇਜ਼ ਵਪਾਰੀ ਸੀਗੇ ਤੇ ਉਹਨਾਂ ਨੇ ਇਹ ਜਿਹੜਾ ਸੀ ਤੰਬਾਕੂ ਇੱਥੋਂ ਲਿਜਾ ਕੇ ਬਾਕੀ ਦੀ ਦੁਨੀਆ ਦੇ ਵਿੱਚ ਉਹਨਾਂ ਨੂੰ ਉਹ ਪੀਣ ਲਾਤਾ। ਉਹਨਾਂ ਨੂੰ ਉਹ ਇਹ ਜਿਹੜੇ ਗੋਰੇ ਆ, ਬੜੇ
ਸ਼ੈਤਾਨ ਕੌਮ ਆ, ਇਹ ਕਹਿ ਦਿੰਦੇ ਆ ਜੀ ਆਹ ਤੁਸੀਂ ਪੀ ਕੇ ਦੇਖੋ ਤੈਨੂੰ ਏਦਾਂ ਹੋ ਜਾਊਗਾ, ਤੈਨੂੰ ਆਹ ਹੋ ਜਾਊਗਾ, ਤੂੰ ਠੀਕ ਹੋ ਜਾਏਗਾ, ਤੇਰੀ ਬਿਮਾਰੀ ਹਟ ਜਾਊਗੀ। ਉਹ ਸਾਰਾ ਕੁਝ ਇਸ ਤਰ੍ਹਾਂ ਇਹਨਾਂ ਚੀਜ਼ਾਂ ਨੂੰ ਮਾਰਕੀਟ ਕਰਦੇ ਆ, ਲੋਕਾਂ ਨੂੰ ਵੇਚਦੇ ਆ ਤੇ ਆਪਣਾ ਪ੍ਰੋਫਿਟ ਬਣਾਉਂਦੇ ਆ। ਸੋ ਉਹ ਗੁਰੂ ਸਾਹਿਬ ਨੇ ਸਾਰਾ ਕੁਝ ਜਦੋਂ ਦੇਖਿਆ ਤੇ ਉਹਨਾਂ ਨੇ ਫਿਰ ਆਪਣੇ ਜਿਹੜੇ ਸਿੰਘ ਸੀਗੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਤੰਬਾਕੂ ਦੇ ਨੇੜੇ ਨਹੀਂ ਜਾਣਾ, ਤੰਬਾਕੂ ਨਹੀਂ ਪੀਣਾ। ਸੋ ਹੁਣ ਕੀ ਆ ਕਿ ਜਦੋਂ ਤੁਸੀਂ ਚੀਮਾ ਸਾਹਿਬ ਬੜੀ ਵੱਡੀ ਗੱਲ ਕੀਤੀ ਹੈ ਤੁਸੀਂ। ਅਸੀਂ ਉਹਨਾਂ ਦੇ ਵਿੱਚ ਹੀ ਵੱਜੇ ਹੋਏ ਆ, ਜਿੱਦਾਂ ਕਿਸੇ ਨੇ ਨੇਰੇ ਦੇ ਵਿੱਚ ਜਿੱਦਾਂ ਕਿਸੇ ਨੇ ਕਹਿਤਾ ਘੋੜਾ ਨਹੀਂ ਵੜਿਆ, ਠੀਕ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉੱਤਰ ਕੇ ਜਦੋਂ ਉਹਦਾ ਚੈੱਕ ਕੀਤਾ ਕਿ ਚੀਜ਼ ਕੀ ਹੈ, ਨਾ ਚੀਜ਼ ਕੀ, ਹਾਂਜੀ ਹਾਂਜੀ, ਤੇ ਇਹਦੇ ਤੋਂ ਫਿਰ ਪਤਾ ਲੱਗਦਾ ਕਿ ਸੱਚਾਈ ਤੇ ਇਹ ਵਾ ਅਸਲੀ। ਅਸੀਂ ਸੱਚਾਈ ਤਾਂ ਆ ਤੁਹਾਡੀ ਜਿਹੜੀ ਗੱਲ ਸਹੀ ਹੈ, ਘੋੜੇ ਨੂੰ ਕੀ ਪਤਾ ਸੀ ਇਹ ਤੰਬਾਕੂ ਨਵੀਂ ਚੀਜ਼ ਆਈ। ਚਲੋ ਗੁਰੂ ਗੋਬਿੰਦ ਸਿੰਘ ਵੀ ਕਹਿ ਸਕਦੇ ਹਾਂ ਅਸੀਂ ਕਿ ਬਹੁਤ ਜਾਣ ਸੀ, ਕੋਈ ਐਸਾ ਮਸਲਾ ਨਹੀਂ, ਪਰ ਜੋ ਤੁਸੀਂ ਗੱਲ ਕੀਤੀ ਨਾ ਅਸਲੀ ਲੱਗਦੀ ਗੱਲ ਇਹੀ ਹੈ ਜੀ। ਹਾਂਜੀ, ਅਸਲ ਦੇ ਵਿੱਚ ਇਹੀ ਗੱਲ ਆ ਜੀ, ਨਸ਼ਿਆਂ ਤੋਂ ਲੋਕਾਂ ਨੂੰ ਬਚਾਉਣਾ। ਉਹਨਾਂ ਨੂੰ ਪਤਾ ਸੀ ਵੀ ਇਹ ਜਿਹੜੀ ਕੌਮ ਆ ਇਹ ਸ਼ੈਤਾਨ ਹੈ, ਇਹਨਾਂ ਨੇ ਸਾਨੂੰ ਇਹ ਲਾਉਣਾ ਜੀ, ਸੋ ਉਹਨੇ ਸਿੱਖਾਂ ਨੂੰ ਮਨਾਹੀ ਕਰ ਦਿੱਤੀ। ਅੱਛਾ, ਹੁਣ ਅਗਲੀ ਗੱਲ ਇਹ ਆ ਖਾਕ ਸਾਹਿਬ, ਜਿਹੜਾ ਵਪਾਰੀ ਲੋਕ ਆ, ਹੁਣ ਇੱਥੇ ਦੀ ਆਪਾਂ ਉਦਾਹਰਨ ਇੱਥੇ ਦੀ ਅੱਜ ਦੀ ਦੇ ਦਿੰਦੇ ਆ। ਹੁਣ ਫਰਜ਼ ਕਰਤਾ ਮੈਕਡੋਨਲਡ ਆ ਜੀ, ਉਹਨਾਂ ਦੇ ਕੋਨੇ ਤੇ ਤਾਂ ਨਹੀਂ, ਮਤਲਬ ਕਿੰਨੇ ਮੈਕਡੋਨਲਡ ਹੁੰਦੇ ਹਰ ਟਾਊਨ ਦੇ ਵਿੱਚ, 5-4 ਹੁੰਦੇ ਆ, ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਉਹ ਖੋਲ ਲੈਂਦੇ ਆ। ਬਿਲਕੁਲ। ਸੋ ਹੁਣ ਜਿਹੜਾ ਮੈਕਡੋਨਲਡ ਆ ਉਹਨੇ ਫਰਜ਼ ਕਰ ਲਓ ਆਲੂ ਤਲ ਕੇ ਵੇਚਦੇ ਆ, ਜਿਹਨੂੰ ਆਪਾਂ ਕਹਿੰਦੇ ਆ ਫਰੈਂਚ ਫਰਾਈ। ਬਿਲਕੁਲ। ਤੇ ਉਹ ਬੜੀ ਡੇਂਜਰਸ ਚੀਜ਼ ਆ, ਫਰੈਂਚ ਫਰਾਈ ਆ ਜਿਹੜੀ, ਉਹ ਖਾਣੀ ਨਹੀਂ ਚਾਹੀਦੀ ਬੰਦੇ ਨੂੰ ਕਦੇ। ਤੇ ਹੁਣ ਕੀ ਆ, ਉਹ ਦੇਖੋ ਜਿਹੜੀ ਕੰਪਨੀ ਆ ਉਹ ਮੈਕਡੋਨਲਡ ਵਾਲੇ, ਉਹ ਪਤਾ ਨਹੀਂ ਕਿੰਨੇ ਲੱਖਾਂ ਡਾਲਰ ਉਹਦੀ ਐਡਵਰਟਾਈਜ਼ਮੈਂਟ ਤੇ ਖਰਚਦੇ ਆ ਤਾਂ ਕਿ ਉਹਨਾਂ ਦਾ ਮਾਲ ਵਿਕੇ ਜੀ। ਤੇ ਹੁਣ ਕੀ ਆ, ਇਹ ਗੱਲ ਆਟੋਮੈਟਿਕਲੀ ਜਿਹਨੂੰ ਆਪਾਂ ਕਹਿੰਦੇ ਏਦਾਂ ਹੋ ਜਾਂਦੀ ਆ, ਜਿਹੜਾ ਉਹ ਮੈਕਡੋਨਲਡ ਦੀ ਜਿਹੜੀ ਐਡਵਰਟਾਈਜ਼ਮੈਂਟ ਆ ਉਹਦੇ ਖਿਲਾਫ ਕੋਈ ਗੱਲ ਕਹੂਗਾ, ਤੁਸੀਂ ਉਹਦੇ ਦੁਸ਼ਮਣ ਬਣ ਗਏ ਕੰਪਨੀ ਦੇ। ਬਿਲਕੁਲ, ਕਿਉਂਕਿ ਉਹਨਾਂ ਦਾ ਮਾਲ ਘੱਟ ਵਿਕਣਾ। ਸੋ ਉਹਨਾਂ ਨੇ ਤੁਹਾਨੂੰ, ਤੁਸੀਂ ਉਹਨਾਂ ਦੇ ਰਾਹ ਦੇ ਵਿੱਚ ਰੋੜਾ ਬਣ ਗਏ ਤੇ ਉਹਨਾਂ ਨੇ ਰੋੜੇ ਨੂੰ ਹਟਾਉਣਾ, ਕੋਈ ਸ਼ੱਕ ਨਹੀਂ, ਕਿਸੇ ਵੀ ਤਰ੍ਹਾਂ ਉਹਨਾਂ ਰੋੜੇ ਨੂੰ ਹਟਾਉਣਾ, ਕਿਉਂਕਿ ਉਹਨਾਂ ਦੇ ਪੈਸੇ 'ਚ ਤੁਸੀਂ ਲੱਤ ਮਾਰ ਰਹੇ ਆ, ਉਹਨਾਂ ਦੇ ਰਾਹ ਤੇ ਰੋੜਾ ਬਣ ਗਏ ਜੀ। ਸੋ ਇਸੇ ਹੀ ਤਰ੍ਹਾਂ ਫਿਰ ਉਹ ਜਿਹੜਾ ਸਿੱਖ ਸਮਾਜ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਉਹ ਜਿਹੜਾ ਫਲਸਫਾ ਚਲਾਇਆ ਸੀ, ਉਹ ਫਿਰ ਅੰਗਰੇਜ਼ ਉਦੋਂ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਸੀ। ਉਹ ਪਹਿਲਾਂ ਹੀ ਭਾਰਤ ਦੇ ਉੱਤੇ ਕੰਟਰੋਲ ਕਰਨਾ ਚਾਹੁੰਦੇ ਸੀ। 1608 ਦੇ ਵਿੱਚ ਉਹ ਪਹੁੰਚੇ ਤੇ ਉਹਨਾਂ ਨੇ ਉਸ ਜ਼ਮਾਨੇ ਤੱਕ ਰਾਜ ਸੀ ਜਿਹੜਾ ਸ਼ੁਰੂ ਕਰ ਲਿਆ ਸੀ ਆਪਣਾ, ਉਧਰੋਂ ਸੂਰਤ ਵੱਲੋਂ ਤੇ ਉਧਰੋਂ ਆਪਣੇ ਬੰਗਾਲ ਵੱਲੋਂ ਜੀ। ਸੋ ਉਹਨਾਂ ਨੇ ਇਸ ਕਰਕੇ ਫਿਰ ਉਹ ਜਿਹੜਾ ਸੀ ਸਿੱਖ ਸਮਾਜ ਸੀ ਉਹ ਇਹਨਾਂ ਦਾ ਦੁਸ਼ਮਣ ਬਣ ਗਿਆ, ਗੋਰਿਆਂ ਦਾ। ਤੇ ਉਸੇ ਕਰਕੇ ਫਿਰ ਉਹਨਾਂ ਨੇ ਹੌਲੀ ਹੌਲੀ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਫਿਰ ਉਹਨਾਂ ਨੇ ਰਾਜ ਖੋਹ ਲਿਆ ਤਾਂ ਕਿ ਉਹਨਾਂ ਦਾ ਇਹ ਸਾਰਾ ਮਸਲਾ ਜਿਹੜਾ ਉਹ ਚੱਲਦਾ ਰਹੇ ਜੀ। ਤੇ ਇਹ ਸੀਗੀ ਗੱਲ ਜੀ ਤੰਬਾਕੂ ਦੀ। ਤੇ ਹੁਣ ਆਪਾਂ ਗੱਲ ਇੱਕ ਕਰਨੀ ਆ ਕਿ ਇੱਕ ਜਿਹੜਾ ਭਾਰਤ ਦਾ ਅੱਜ ਦਾ ਸਮਾਜ ਆ ਉਹਦੇ ਵਿੱਚ ਕੀ ਆ ਕਿ ਇੱਕ ਅੰਗਰੇਜ਼ੀ ਦੇ ਵਿੱਚ ਸ਼ਬਦ ਹੁੰਦਾ, ਉਹਨੂੰ ਆਪਾਂ ਕਹਿੰਦੇ ਆ ਅਕਾਊਂਟੇਬਿਲਿਟੀ ਜੀ। ਅਕਾਊਂਟੇਬਿਲਿਟੀ ਦਾ ਜਿਹੜਾ ਪੰਜਾਬੀ ਜੇ ਆਪਾਂ ਕਹੀਏ ਤੇ ਉਹ ਜਦੋਂ ਅਸੀਂ ਛੋਟੇ ਹੁੰਦੇ ਸੀ, ਹੁਣ ਤਾਂ ਉਹ ਗੱਲਾਂ ਚਲੇ ਗਈਆਂ, ਉਦੋਂ ਕਹਿੰਦੇ ਹੁੰਦੇ ਸੀ, ਸਿਆਣੇ ਜਿਹੜੇ ਹੁੰਦੇ ਸੀ ਉਹ ਕਹਿੰਦੇ ਸੀ ਭਾਈ ਹਰੇਕ ਬੰਦੇ ਦੇ ਨਾਲ ਤੁਸੀਂ ਆਪਣਾ ਹਿਸਾਬ ਕਿਤਾਬ ਪੂਰਾ ਰੱਖੋ। ਹਿਸਾਬ ਉਹ ਕਹਿੰਦੇ ਹੁੰਦੇ ਸੀ ਹਿਸਾਬ ਮਾਵਾਂ ਧੀਆਂ ਦਾ। ਅੱਛਾ, ਇਸ ਗੱਲ ਨੂੰ ਜੇ ਆਪਾਂ ਅੱਗੇ ਜਾ ਕੇ ਥੋੜੀ ਜਿਹੀ ਵਿਆਖਿਆ ਦੇ ਵਿੱਚ ਇਹਨੂੰ ਦੇਖਦੇ ਹਾਂ ਤੇ ਹੁਣ ਜਿਹੜਾ ਸਾਡਾ ਭਾਰਤ ਦਾ ਸਮਾਜ ਆ ਉਹਦੇ ਵਿੱਚ ਅਕਾਊਂਟੇਬਿਲਿਟੀ ਆ ਜਿਹੜੀ ਉਹ ਜ਼ੀਰੋ ਆ। ਉਹਦੀ ਉਦਾਹਰਨ ਤੌਰ ਤੇ ਆਪਾਂ ਏਦਾਂ ਕਰਦੇ ਹਾਂ ਕਿ ਪੁਲਿਸ ਵਾਲਾ ਪੁਲਿਸ ਭਰਤੀ ਹੋ ਗਿਆ, ਉਹਨੇ ਸਵੇਰੇ ਕੰਮ ਤੇ ਗਿਆ ਜਾਂ ਨਹੀਂ ਗਿਆ, ਓਦਾਂ ਹੀ ਉਹਦੀ ਉੱਥੇ ਹਾਜ਼ਰੀ ਲੱਗੀ ਜਾਂਦੀ ਆ, ਕੋਈ ਉਹਨੂੰ ਪੁੱਛਦਾ ਨਹੀਂ, ਉਹ ਮੋੜਾਂ ਤੇ ਖੜਾ, ਉਹ ਜਿਹਨੂੰ ਮਰਜ਼ੀ ਹੱਥ ਦਿੰਦਾ ਤੇ ਰੋਕ ਕੇ ਉਹ ਤੋਂ 100-200 ਰੁਪਈਆ ਲੈ ਕੇ ਉਹਨੂੰ ਗਾਹਾਂ ਜਾਣ ਦਿੰਦਾ। ਤੇ ਉਹਦਾ ਹਿਸਾਬ ਕਿਤਾਬ ਮੰਗਣ ਵਾਲਾ ਕੋਈ ਨਹੀਂ ਉਹਦੇ ਤੋਂ ਵੀ ਤੂੰ ਕੰਮ ਤੇ ਗਿਆ ਸੀ ਜਾਂ ਨਹੀਂ ਗਿਆ ਸੀ, ਕਿੱਥੇ ਤੂੰ ਸੀਗਾ, ਕਿੱਥੇ ਨਹੀਂ ਸੀਗਾ, ਕੀ ਤੂੰ ਅੱਜ ਸਵੇਰ ਦੇ ਨੇ ਕੀਤਾ, ਤਨਖਾਹ ਦਾ ਤੂੰ ਲੈ ਲਈ, ਤੂੰ ਕੁਛ ਕੀਤਾ ਵੀ ਆ, ਉਹ ਤੋਂ ਕੋਈ ਹਿਸਾਬ ਕਿਤਾਬ ਮੰਗਣ ਵਾਲਾ ਨਹੀਂ। ਇਸੇ ਤਰ੍ਹਾਂ ਪਟਵਾਰੀ ਤੋਂ ਵੀ ਹਿਸਾਬ ਕਿਤਾਬ ਮੰਗਣ ਵਾਲਾ ਨਹੀਂ। ਇਸੇ ਤਰ੍ਹਾਂ ਜਿਹੜੇ ਆਪਣੇ ਹੁਣ ਚੀਫ ਮਿਨਿਸਟਰ ਹੋਏ ਆ, ਬਾਦਲ ਸਾਹਿਬ ਹੋਏ ਆ, ਜਾਂ ਉਹ ਆਪਣੇ ਕੈਪਟਨ ਸਾਹਿਬ ਸੀਗੇ, ਉਹਨਾਂ ਤੋਂ ਕੋਈ ਹਿਸਾਬ ਮੰਗਣ ਵਾਲਾ ਹੈ ਨਹੀਂ। ਬਿਲਕੁਲ, ਅੱਜ ਤੱਕ ਨਹੀਂ ਹੋਇਆ ਜੀ, ਅੱਜ ਤੱਕ ਨਹੀਂ ਹੋਇਆ। ਤਾਂ ਇਸੇ ਤਰ੍ਹਾਂ ਜਿਹੜੇ ਸਕੂਲਾਂ ਦੇ ਵਿੱਚ ਪੜ੍ਹਾਉਂਦੇ ਆ ਟੀਚਰ ਆ, ਉਹਨਾਂ ਤੋਂ ਵੀ ਕੋਈ ਹਿਸਾਬ ਕਿਤਾਬ ਮੰਗਣ ਵਾਲਾ ਹੈ ਨਹੀਂ। ਉਹਨਾਂ ਨੂੰ ਕੋਈ ਨਹੀਂ ਜਾ ਕੇ ਪੁੱਛਦਾ ਵੀ ਕੱਲ ਤੂੰ ਕੀ ਪੜ੍ਹਾਇਆ ਸੀ, ਕੀ ਨਿਆਣਿਆਂ ਨੂੰ ਸਿਖਾ ਲਿਆ, ਤੇਰਾ ਰਿਜ਼ਲਟ ਕੀ ਆ, ਉਹਨੂੰ ਤਾਂ ਕੋਈ ਨਹੀਂ ਪੁੱਛਦਾ। ਸੋ ਇਹ ਚੀਜ਼ ਆ ਜਿਹੜੀ, ਇਹਨੂੰ ਕਹਿੰਦੇ ਆ ਅਕਾਊਂਟੇਬਿਲਿਟੀ ਜੀ, ਹਰ ਬੰਦੇ ਦਾ ਹਿਸਾਬ ਕਿਤਾਬ ਰੱਖਣਾ। ਸੋ ਇੱਥੇ ਦੇਖ ਲਓ ਵੀ ਤੁਸੀਂ ਕੰਮ ਤੇ ਜਾਂਦੇ, ਤੁਸੀਂ ਕਲੌਕ ਇਨ ਕਰਦੇ ਆ, ਅਗਲੇ ਤੁਹਾਡੇ ਤੋਂ ਮੰਗਦੇ ਆ
ਕੀ ਕੀਤਾ ਤੂੰ ਬਈ 5 ਮਿੰਟ ਲੇਟ ਹੋ ਜਾਓ ਜੀ ਤੁਹਾਨੂੰ ਅਗਲੇ ਨੋਟਿਸ ਕੱਢ ਦਿੰਦੇ ਆ, ਅਗਲੇ ਕਹਿੰਦੇ 5 ਮਿੰਟਸ ਲੇਟ ਤੁਹਾਨੂੰ ਕਾਰਡ ਪੰਚ ਕਰਨਾ ਪੈਂਦਾ। ਬਿਲਕੁਲ 5 ਕਿੱਥੇ ਜੀ, 1 ਮਿੰਟ ਵੀ ਨਹੀਂ ਹੋਣ ਦਿੰਦੇ, 1 ਮਿੰਟ ਵੀ ਨਹੀਂ, ਬਿਲਕੁਲ 1 ਮਿੰਟ ਵੀ ਨਹੀਂ ਹੋਣ ਦਿੰਦੇ। ਉਹ ਕਹਿੰਦੇ 5 ਮਿੰਟ ਪਹਿਲਾਂ ਇੱਥੇ ਆ ਕੇ ਖੜੇ ਹੋਵੋ ਤੁਸੀਂ। ਸਹੀ ਹੈ। ਅੱਛਾ, ਇਹਨੂੰ ਕਹਿੰਦੇ ਅਕਾਊਂਟੇਬਿਲਟੀ। ਹੁਣ ਜਿਹੜਾ ਸਾਡਾ ਸਮਾਜ ਆ ਉਹਦੇ ਵਿੱਚ ਜਿਹੜੀ ਐਜੂਕੇਸ਼ਨ ਆ ਉਹਦਾ ਇੰਨਾ ਬੁਰਾ ਹਾਲ ਹੋ ਚੁੱਕਿਆ ਕਿ ਜਿਹੜੇ 12 ਪੜ੍ਹੇ ਉੱਥੇ ਦੇ ਨਿਆਣੇ ਆ ਉਹਨਾਂ ਨੂੰ ABC ਵੀ ਉਹ ਪ੍ਰੋਨਾਊਂਸ ਨਹੀਂ ਕਰ ਸਕਦੇ ਸਹੀ, W ਦੀ ਆਵਾਜ਼ ਨਹੀਂ ਉਹ ਕੱਢ ਸਕਦੇ ਜੀ, ਸਹੀ ਸਾਊਂਡ ਕਿੱਦਾਂ ਕੱਢਣੀ ਆ, ਉਹਦੀ ਧੁਨੀ ਜਾਂ ਧੁਨ ਕੀ ਹੁੰਦੀ ਆ ਉਹ ਨਹੀਂ ਕੱਢ ਸਕਦੇ ਜੀ। ਤੇ ਇਹ ਸਾਡਾ ਉਹ ਹਾਲ ਹੈਗਾ ਕਿਉਂਕਿ ਅਕਾਊਂਟੇਬਿਲਟੀ ਹੈ ਨਹੀਂ। ਇਸੇ ਤਰ੍ਹਾਂ ਜਿਹੜੇ ਲੀਡਰ ਆ ਉਹਨਾਂ ਦੀ ਵੀ ਅਕਾਊਂਟੇਬਿਲਟੀ ਹੈ ਨਹੀਂ। ਇੱਥੇ ਲੀਡਰ ਹੁੰਦੇ ਅਗਲੇ ਗੱਲ ਨਿਕਲਦੀ ਅਗਲੇ ਦੂਜੀ ਵਾਰੀ ਵੋਟਾਂ ਪਾ ਲਾ ਕੇ ਭਰੇ ਮਾਰਦੇ ਆ। ਸੋ ਇਹ ਜਿਹੜਾ ਸਾਡੇ ਸਮਾਜ ਦੇ ਵਿੱਚ, ਭਾਰਤ ਸਾਰੇ ਦੀ ਗੱਲ ਕਰ ਰਿਹਾ ਮੈਂ, ਇਕੱਲੇ ਪੰਜਾਬ ਦੀ ਨਹੀਂ, ਸਾਰੇ ਭਾਰਤ ਵਿੱਚ ਇਹ ਆ ਜਿਹੜੇ ਸਾਡੇ ਲੀਡਰ ਆ ਉਹਨਾਂ ਦਾ ਕੋਈ ਉਹਨਾਂ ਤੋਂ ਹਿਸਾਬ ਕਿਤਾਬ ਮੰਗਣ ਵਾਲਾ ਹੈ ਨਹੀਂ ਜੀ। ਬਿਲਕੁਲ। ਸੋ ਇਹੀ ਕਾਰਨ ਆ ਜਿਹੜਾ ਉੱਥੇ ਕਾਮਯਾਬੀ ਹੈ ਨਹੀਂ। ਇਹ ਸਾਨੂੰ ਉਹ ਜਿਹੜੇ ਭਾਰਤ ਦੇ ਲੀਡਰ ਆ ਅੱਜ ਕੱਲ੍ਹ ਦੇ, ਹੁਣ ਆਪਣੇ ਪੰਜਾਬ ਦੇ ਉਹ ਗਵਰਨਰ ਬਣੇ ਆ ਆਪਣੇ ਭਗਵੰਤ ਸਿੰਘ ਮਾਨ ਜੀ, ਉਹਨਾਂ ਨੂੰ ਇਦਾਂ ਦਾ ਚੀਫ ਮਿਨਿਸਟਰ, ਹਾਂਜੀ, ਉਹਨਾਂ ਨੂੰ ਇਹ ਇਦਾਂ ਦਾ ਜਿਹੜਾ ਸਿਸਟਮ ਆ ਉਹ ਚਲਾਉਣਾ ਚਾਹੀਦਾ ਕਿ ਹਰ ਬੰਦਾ ਜਿਹੜਾ ਕੰਮ ਤੇ ਜਾਂਦਾ ਉਹਦੀ ਪ੍ਰੋਡਕਸ਼ਨ ਦੇਖੀ ਜਾਵੇ ਵੀ ਇਹਨੇ ਕੀ ਪੈਦਾ ਕੀ ਕੀਤਾ, ਜਿਹਨੇ ਕੀਤਾ ਕੀ ਆ ਸਵੇਰ ਦੇ। ਬਿਲਕੁਲ। ਉਹ ਹੁਣ ਕੰਪਿਊਟਰ ਦੇ ਉੱਤੇ ਉੱਥੇ ਵੀ ਹੁਣ ਬਾਕੀ ਸਾਰਾ ਕੁਝ ਹਰ ਕੋਈ ਸੈੱਲ ਫੋਨ ਆ, ਉਹ ਥਾਣਿਆਂ ਦੇ ਵਿੱਚ ਜਾਂ ਪਟਵਾਰਖਾਨੇ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਉਹ ਉੱਥੇ ਸਿਸਟਮ ਲਾ ਦੇਣ, ਉੱਥੇ ਦੇਖਣ ਵੀ ਟੀਚਰ ਆਇਆ ਕਿੰਨੇ ਵਜੇ, ਉਹ ਆਇਆ ਕਿੰਨੇ ਵਜੇ ਗਿਆ, ਕੀ ਉਹਨੇ ਪੜ੍ਹਾਇਆ, ਉਹ ਤਾਂ ਕਾਮਯਾਬ ਹੋਣਾ। ਨਹੀਂ ਤਾਂ ਉੱਥੇ ਜੋ ਮਰਜ਼ੀ ਕਰੀ ਜਾਣ, ਜਿਹੜੀ ਮਰਜ਼ੀ ਗਵਰਨਮੈਂਟ ਆਈ ਜਾਵੇ, ਉੱਥੇ ਕੁਝ ਨਹੀਂ ਹੋਣਾ। ਸਹੀ, ਬਿਲਕੁਲ। ਸੋ ਅਕਾਊਂਟੇਬਿਲਟੀ ਤੋਂ ਬਿਨਾਂ ਕੁਝ ਹੋਣਾ ਹੀ ਨਹੀਂ। ਇਹ ਜਿਹੜੀ ਆ ਬਹੁਤ ਵਧੀਆ ਚੀਜ਼ ਸੀ। ਅੱਛਾ, ਅਕਾਊਂਟੇਬਿਲਟੀ ਦੇ ਆਪਾਂ ਵਿੱਚ ਗੱਲ ਕਰ ਲਈ ਤੇ ਆਪਾਂ ਤੰਬਾਕੂ ਦੇ ਬਾਰੇ ਚ ਕਰ ਲਈ ਜੀ। ਤੇ ਹੁਣ ਖਾਕ ਸਾਹਿਬ ਅਗਲੀ ਗੱਲ ਆ ਜਿਹੜੀ ਉਹ ਮੈਂ ਗੱਲ ਕਰਨੀ ਚਾਹੁੰਦਾ ਪੂਰਨ ਦੀ ਤੇ ਲੂਣਾ ਦੀ। ਅੱਛਾ ਜੀ, ਠੀਕ ਆ। ਹੁਣ ਕੀ ਆ ਕਿ ਦੇਖੋ, ਇਹ ਜਦੋਂ ਅਸੀਂ ਛੋਟੇ ਹੁੰਦੇ ਸੀ, ਤੁਸੀਂ ਪਤਾ ਨਹੀਂ ਸੁਣਿਆ ਕਿ ਨਹੀਂ ਸੁਣਿਆ, ਉਹ ਪਿੰਡਾਂ ਦੇ ਵਿੱਚ ਰਾਗੀ ਢਾਡੀ ਆਉਂਦੇ ਹੁੰਦੇ ਸੀ ਜਾਂ ਮੇਲਿਆਂ ਦੇ ਵਿੱਚ। ਬਿਲਕੁਲ। ਉਹ ਜਿਹੜੀ ਸੀ ਲੂਣਾ, ਉਹਨੂੰ ਉਹਨਾਂ ਨੇ ਬਹੁਤ ਬੁਰੀ ਔਰਤ ਦੱਸਿਆ ਕਿ ਉਹ ਬਹੁਤ ਮਾੜੀ ਸੀ, ਉਹਦੇ ਬਾਰੇ ਬਹੁਤ ਦੱਸਦੇ ਹੁੰਦੇ ਸੀ ਕਿ ਵੀ ਉਹਨੇ ਏਦਾਂ ਕਰਤੀ, ਪੂਰਨ ਦੇ ਹੱਥ ਵੜਵਾਤੇ, ਉਹਨੇ ਆਹ ਕਰ ਦਿੱਤਾ। ਅੱਛਾ, ਹੁਣ ਕੀ ਆ ਕਿ 2 ਬੰਦੇ ਆ ਜਿਹੜੇ ਉਹਨਾਂ ਨੇ ਸਾਰਾ ਜਿਹੜਾ ਪੁਰਾਣਾ ਇਤਿਹਾਸ ਸੀ ਉਹਦੇ ਉਲਟ ਲਿਖ ਦਿੱਤਾ ਤੇ ਲੋਕਾਂ ਨੂੰ ਉਲਟ ਸੋਚ ਆ ਜਿਹੜੀ ਉਹਨਾਂ ਦੀ ਉਲਟ ਪਾਸੇ ਨੂੰ ਤੋੜ ਦਿੱਤੀ। ਕਲਾਕਾਰਾਂ ਨੇ ਵੀ ਤੇ ਉਦਾਂ ਹੀ ਗਾਇਆ ਨਹੀਂ ਹੁੰਦਾ। ਕੀ ਹੈ ਕਿ ਜਿਸ ਬੰਦੇ ਨੇ ਜੋ ਲਿਖਿਆ, ਕਲਾਕਾਰ ਜਿਹੜੇ ਹੁੰਦੇ ਆ ਜਾਂ ਲਿਖਣ ਵਾਲੇ, ਉਹਨਾਂ ਨੇ ਉਹਦੇ ਚੋਂ ਪੁਆਇੰਟ ਕੱਢ ਕੇ ਤੇ ਉਹੀ ਗੀਤ ਬਣਾਤਾ ਤੇ ਉਹ ਗੀਤ ਬਣਾ ਦਿੰਦੇ ਆ। ਹਾਂਜੀ ਜੀ। ਅੱਛਾ, ਹੁਣ ਪਹਿਲਾ ਤਾਂ ਬੰਦਾ ਹੋਇਆ ਸੀ ਸ਼ਿਵ ਕੁਮਾਰ ਬਟਾਲਵੀ ਜੀ। ਉਹਨੇ ਲੂਣਾ ਨੂੰ ਬਹੁਤ ਸਲਾਹਿਆ, ਉਹਨੇ ਹਿਸਟਰੀ ਬਦਲ ਦਿੱਤੀ, ਇਤਿਹਾਸ ਹੀ ਬਦਲ ਦਿੱਤਾ ਲੂਣਾ ਨੂੰ ਸਲਾਹ ਕੇ ਜੀ। ਤੇ ਦੂਸਰੇ ਆਪਣੇ ਮਾਨ ਸਾਹਿਬ ਗੁਰਦਾਸ ਮਾਨ ਜੀ, ਇਹਨਾਂ ਨੇ ਵੀ ਗਾਣਾ ਉਹਦੇ ਤੇ ਲਿਖਿਆ ਲੂਣਾ ਤੇ, ਵੀ ਲੂਣਾ ਤਾਂ ਚੰਗੀ ਸੀ, ਉਹ ਰਾਜੇ ਚ ਕਸੂਰ ਸੀ, ਇਹ ਸੀ ਉਹ ਸੀ, ਉਹਨਾਂ ਦੀ ਏਜ ਡਿਫਰੈਂਸ ਸੀ, ਉਹਨੇ ਕਈ ਕੁਛ ਉਹਨਾਂ ਨੇ ਲਿਖਿਆ, ਸ਼ਿਵ ਕੁਮਾਰ ਬਟਾਲਵੀ ਨੇ ਤੇ ਇਹਨਾਂ ਨੇ ਵੀ ਜੀ। ਅੱਛਾ, ਹੁਣ ਅਗਲੀ ਗੱਲ ਹੈ ਕਿ ਆਪਾਂ ਦੇਖੋ ਹੈ ਕੌਣ ਸੀ ਜੀ। ਉਹ ਇਸ ਤਰ੍ਹਾਂ ਸੀ ਗੱਲ ਜੀ ਕਿ ਆਪਣੇ ਇੱਕ ਰਾਜਾ ਹੋਇਆ ਭਾਰਤ ਦੇ ਵਿੱਚ, ਉਹਨੂੰ ਕਹਿੰਦੇ ਆ ਇੰਦਰ ਰਾਜਾ ਜੀ। ਬਿਲਕੁਲ। ਤੇ ਇੰਦਰ ਰਾਜਾ ਵੀ ਕਹਿ ਦਿੰਦੇ ਆ ਤੇ ਉਹਨੂੰ ਇੰਦਰ ਦੇਵਤਾ ਵੀ ਕਹਿ ਦਿੰਦੇ ਆ ਤੇ ਉਹਨੂੰ ਮੀਂਹ ਦਾ ਦੇਵਤਾ ਵੀ ਕਹਿ ਦਿੰਦੇ ਆ ਕਿ ਉਹ ਮੀਂਹ ਪਵਾ ਦਿੰਦਾ ਹੁੰਦਾ ਸੀ। ਹਾਂਜੀ। ਤੇ ਹੁਣ ਜਿਹੜਾ ਮੀਂਹ ਸ਼ਬਦ ਆ, ਇਹ ਜਦੋਂ ਆਪਾਂ ਗੱਲ ਕਰਦੇ ਆ ਮੀਂਹ ਦੀ ਤੇ ਆਪਾਂ ਸੁਭਾਵਿਕ ਇਹ ਸੋਚਦੇ ਆ ਵੀ ਮੀਂਹ ਜਿਹੜਾ ਉੱਤੋਂ ਆਉਂਦਾ ਉਹਨੂੰ ਕਹਿੰਦੇ ਆ, ਪਰ ਅਸਲ ਦੇ ਵਿੱਚ ਜਿਹੜਾ ਮੀਂਹ ਸ਼ਬਦ ਆ ਉਹ ਕਹਿੰਦੇ ਆ ਪਾਣੀ ਨੂੰ ਜੀ। ਪਾਣੀ ਆ ਜਿਹੜਾ ਉਹਨੂੰ ਮੀਂਹ ਕਹਿੰਦੇ ਆ। ਤੇ ਉਹ ਜਿਹੜਾ ਇੰਦਰ ਰਾਜਾ ਸੀ, ਉਹ ਮੀਂਹ ਜਿਹੜਾ ਉੱਤੋਂ ਪਾਣੀ ਆਉਂਦਾ ਉਹਨੂੰ ਨਹੀਂ ਕਹਿੰਦੇ ਸੀ, ਉਹ ਗੱਲ ਕਰਦੇ ਸੀ ਵੀ ਉਹ ਜਿਹੜਾ ਮੀਂਹ ਪੈਦਾ ਕਰ ਦਿੰਦਾ ਸੀ, ਕਹਿਣ ਦਾ ਮਤਲਬ ਪਾਣੀ ਪੈਦਾ ਕਰ ਦਿੰਦਾ ਸੀ ਜੀ। ਪਾਣੀ ਪੈਦਾ ਕਰਨ ਦਾ ਜਿਹੜਾ ਉਹ ਸਿਲਸਿਲਾ ਇਸ ਤਰ੍ਹਾਂ ਸੀ ਕਿ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜਾ ਪਾਣੀ ਦੀ ਬੜੀ ਕਿੱਲਤ ਹੁੰਦੀ ਸੀ, ਗਰਮੀਆਂ ਨੂੰ ਮੀਂਹ ਜਦੋਂ ਨਹੀਂ ਪੈਂਦਾ ਸੀ, ਪਾਣੀ ਸੁੱਕ ਜਾਂਦਾ ਸੀ ਲੋਕਾਂ ਦਾ, ਤੇ ਉਹ ਫਿਰ ਕੀ ਕਰਦੇ ਸੀ, ਜਿਹੜੇ ਸਿਆਣੇ ਬਜ਼ੁਰਗ ਲੋਕ ਸੀ ਉਹ ਪਿੰਡਾਂ ਦੇ ਵਿੱਚ ਛੱਪੜ ਪੱਟ ਲੈਂਦੇ ਸੀ, ਜਿਹਨੂੰ ਤਲਾਅ ਕਹਿ ਦਿੰਦੇ ਆ। ਉਹ ਤਲਾਅ ਪੱਟ ਲੈਂਦੇ ਸੀ ਤਾਂ ਕਿ ਉਹ ਜਿਹੜੇ 2-3 ਮਹੀਨੇ ਮੀਂਹ ਨਹੀਂ ਪੈਂਦਾ, ਉਹਨਾਂ ਦੇ ਪਸ਼ੂਆਂ ਨੂੰ, ਉਹਨਾਂ ਦੇ ਆਪਣੇ ਪਾਣੀ ਪੀਣ ਲਈ ਉੱਥੋਂ ਪਾਣੀ ਲੋਕ ਵਰਤਦੇ ਸੀ। ਤੇ
ਉਹ ਜਿਹੜੇ ਇਸ ਤਰ੍ਹਾਂ ਦੇ ਰਾਜੇ ਵਗੈਰਾ ਹੁੰਦੇ ਸੀ, ਉਹਨਾਂ ਨੂੰ ਗਿਆਨ ਹੁੰਦਾ ਸੀ, ਵਿਦਿਆ ਹੁੰਦੀ ਸੀ, ਉਹ ਫਿਰ ਲੋਕਾਂ ਨੂੰ ਦੱਸ ਦਿੰਦੇ ਸੀ ਵੀ ਪਾਣੀ ਭਾਈ ਏਦਾਂ ਪੈਦਾ ਕਰਨਾ। ਉਹਨੂੰ ਕਹਿ ਦਿੰਦੇ ਆ ਜੀ ਉਹ ਪਾਣੀ ਪੈਦਾ ਕਰਦੇ। ਅਸਲ 'ਚ ਮੀਂਹ ਨਹੀਂ ਪੈਦਾ ਕਰਦਾ ਸੀ, ਉਹ ਮੀਂਹ ਦਾ ਪਾਣੀ ਸੀ ਜਿਹੜਾ ਉਹਨੂੰ ਪਤਾ ਸੀ ਕਿ ਕਿੱਥੇ ਦਰਿਆ ਆ, ਕਿੱਥੇ ਨਦੀ ਆ, ਕਿੱਥੇ ਕੀ ਆ, ਤੇ ਥੱਲੇ ਟੋਆ ਪੱਟਾਂਗੇ ਤਾਂ ਪਾਣੀ ਨਿਕਲ ਆਊਗਾ। ਉਹ ਇਸ ਤਰ੍ਹਾਂ ਦਾ ਮਸਲਾ ਸੀ। ਉਹਨੂੰ ਕਹਿ ਦਿੰਦੇ ਆ ਮੀਂਹ ਉਹ ਪੈਦਾ ਕਰ ਦਿੰਦਾ ਸੀ, ਕਹਿਣ ਦਾ ਮਤਲਬ ਪਾਣੀ ਪੈਦਾ ਕਰ ਦਿੰਦਾ ਸੀ, ਉਹਨੂੰ ਪਤਾ ਸੀ ਇਹ ਸੋਰਸ ਦਾ। ਅੱਛਾ, ਹੁਣ ਕੀ ਆ, ਉਹ ਜਿਹੜਾ ਰਾਜਾ ਸੀ ਉਹਦੀ ਗੱਲ ਇਸ ਤਰ੍ਹਾਂ ਹੁੰਦੀ ਸੀ, ਜਦੋਂ ਪਹਿਲਾਂ ਰਾਗੀ ਢਾਡੀ ਹੁੰਦੇ ਸੀ ਵੀ ਜਿਹੜੀ ਇਹ ਲੂਣਾ ਸੀਗੀ, ਇਹ ਜਿਹੜੀ ਸੀ ਉਹ ਇੰਦਰ ਰਾਜੇ ਦੇ ਖਾੜੇ ਦੀ ਪਰੀ ਸੀ। ਅੱਛਾ ਜੀ। ਤੇ ਇਹਦੇ ਸੋਨੇ ਦੇ ਵਾਲ ਹੁੰਦੇ ਸੀ, ਤੇ ਇਹ ਅਰਸ਼ਾਂ ਚੋਂ ਉਤਰ ਕੇ ਆਉਂਦੀ ਹੁੰਦੀ ਸੀ, ਤੇ ਨਾਲ ਇਹਦੇ ਫਰਿਸ਼ਤੇ ਵੀ ਹੁੰਦੇ ਸੀ ਜੀ। ਤੇ ਇਹ ਆ ਕੇ ਉਹ ਕਹਿੰਦੇ ਆ ਵੀ ਜਿਹੜਾ ਉਹ ਇੰਦਰ ਰਾਜਾ ਸੀ ਉਹਦੇ ਦਰਬਾਰ ਦੇ ਵਿੱਚ ਨਾਚ ਕਰਦੀ ਹੁੰਦੀ ਸੀ। ਨਾਚ ਕਰਕੇ ਤੇ ਫੇਰ ਉਹ ਕਹਿੰਦੇ ਉੱਡ ਜਾਂਦੀ ਸੀ, ਤੇ ਫੇਰ ਉਹ ਦੁਬਾਰਾ ਫੇਰ ਆਉਂਦੀ ਸੀ 2 4 6 ਮਹੀਨਿਆਂ ਬਾਅਦ, ਤੇ ਉਹ ਫੇਰ ਆ ਕੇ ਨਾਚ ਕਰਕੇ ਤੇ ਉੱਡ ਜਾਂਦੀ ਸੀ ਜੀ। ਤੇ ਨਾਲ ਉਹਦੇ ਜਿਹੜੇ ਉਹ ਸਖੀਆਂ ਤੇ ਉਹ ਫਰਿਸ਼ਤੇ ਹੁੰਦੇ ਸੀ ਉਹ ਵੀ ਨਾਲ ਉੱਡ ਜਾਂਦੇ ਸੀ। ਤੇ ਹੁਣ ਕੀ ਆ ਕਿ ਉਹ ਕਹਿੰਦੇ ਵੀ ਇੱਕ ਵਾਰੀ ਉਹਨੇ ਜਿਹੜੀ ਉਹ ਲੂਣਾ ਸੀਗੀ ਉੱਥੇ ਰਾਜੇ ਦੇ ਦਰਬਾਰ ਦੇ ਵਿੱਚ ਉਹਨੇ ਕਿਸੇ ਦੇ ਨਾਲ ਆਪਣਾ ਨਾਤਾ ਜੋੜ ਲਿਆ। ਜਦੋਂ ਕਹਿੰਦੇ ਨਾਤਾ ਜੋੜ ਲਿਆ ਤੇ ਉਹਨੂੰ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਜਿਹਨੂੰ ਆਪਾਂ ਕਹਿੰਦੇ ਸਿਨ ਕਰ ਦਿੱਤੀ। ਸਿਨ ਕਰ ਦਿੱਤੀ ਮਤਲਬ ਉਹਨੇ ਮਾੜਾ ਕੰਮ ਕਰ ਦਿੱਤਾ ਜੀ। ਤੇ ਫੇਰ ਕਹਿੰਦੇ ਉਹਨੂੰ ਸ਼ਰਾਪ ਮਿਲ ਗਿਆ, ਤੇ ਉਹਦੇ ਫੇਰ ਕਹਿੰਦੇ ਸੀ ਜਿਹੜੇ ਪਰ ਸੀ ਜਾਂ ਖੰਭ ਸੀ ਉਹ ਟੁੱਟ ਗਏ, ਤੇ ਉਹ ਫਿਰ ਮੁੜ ਕੇ ਉੱਥੋਂ ਉੱਡ ਨਹੀਂ ਸਕੀ। ਅੱਛਾ ਜੀ। ਤੇ ਉਹ ਫੇਰ ਉੱਥੇ ਹੀ ਰਹਿ ਪਈ, ਇੰਦਰ ਰਾਜੇ ਦੇ ਦਰਬਾਰ ਦੇ ਵਿੱਚ ਰਹਿ ਪਈ। ਤੇ ਫੇਰ ਜਦੋਂ ਇੰਦਰ ਰਾਜੇ ਦੀ ਮੌਤ ਹੋ ਗਈ, ਉਹਦੇ ਤੋਂ ਬਾਅਦ ਫਿਰ ਉਹ ਚਲੇ ਗਈ ਰਾਜੇ ਸਲਵਾਨ ਦੇ ਦਰਬਾਰ ਦੇ ਵਿੱਚ ਜੀ। ਰਾਜੇ ਸਲਵਾਨ ਦਾ ਪੁੱਤਰ ਸੀ ਪੂਰਨ। ਤੇ ਜਦੋਂ ਰਾਜੇ ਸਲਵਾਨ ਦੇ ਉਹ ਚਲੇ ਗਏ ਉੱਥੋਂ, ਤੇ ਉਹ ਕਹਾਣੀ ਜਿਹੜੀ ਉਹ ਸੁਣਾਉਂਦੀ ਸੀ ਇਸ ਤਰ੍ਹਾਂ ਸੀ ਕਿ ਜਦੋਂ ਉਹ ਜਿਹੜਾ ਸੀ ਪੂਰਨ ਸੀ ਉਹ ਘੋੜੇ ਚੋਂ ਨਿਕਲਿਆ, ਕਹਿਣ ਦਾ ਮਤਲਬ ਜਦੋਂ ਬਚਪਨ ਚੋਂ ਨਿਕਲਿਆ ਆਪਣੇ ਬਾਂਕਾ ਜਵਾਨ ਬਣਿਆ, ਤੇ ਉਹ ਕਹਿੰਦੇ ਫਿਰ ਉਹ ਜਿਹੜੀ ਲੂਣਾ ਸੀਗੀ ਉਹਨੇ ਉਹਦੇ ਤੇ ਅੱਖ ਰੱਖ ਲਈ ਤੇ ਉਹਨੂੰ ਸ਼ਾਦੀ ਸ਼ੁਦੀ ਕਰਾਉਣ ਲਈ ਕਿਹਾ, ਤੇ ਚਲੋ ਉਹ ਨਹੀਂ ਮੰਨਿਆ। ਤੇ ਫੇਰ ਕਹਿੰਦੇ ਪੂਰਨ ਨੇ ਉਹ ਜਿਹੜੀ ਲੂਣਾ ਸੀਗੀ ਉਹਨੇ ਰਾਜੇ ਸਲਵਾਨ ਨੂੰ ਇਹ ਕਹਿਤਾ ਵੀ ਤੂੰ ਇਹਦੇ ਜਿਹੜੇ ਹੱਥ ਪੈਰ ਵੱਢ ਕੇ ਤੇ ਇਹਨੂੰ ਜੰਗਲ ਦੇ ਵਿੱਚ ਸਿੱਟਿਆ। ਉਹ ਕਹਿੰਦੇ ਫਿਰ ਉਹਨਾਂ ਨੇ ਉਹ ਲੈ ਗਿਆ, ਜਿਹੜੇ ਜਲਾਦ ਸੀ ਜਲਾਦਾਂ ਨੂੰ ਨਾਲ ਤੋੜ ਦਿੱਤਾ, ਤੇ ਉਹ ਜਾ ਕੇ ਉਹਦੇ ਹੱਥ ਪੈਰ ਵੱਢ ਕੇ ਤੇ ਖੂਹ ਦੇ ਵਿੱਚ ਸਿੱਟਿਆ ਹੈ। ਤੇ ਉਹ ਜਿਹੜਾ ਖੂਹ ਆ ਉਹ ਆਪਣੇ 2 ਥਾਂ ਤੇ ਦੱਸਦੇ ਆ ਉਹ ਖੱਕ ਸਾਹਿਬ ਖੂਹ ਜਿਹੜਾ। ਇੱਕ ਤਾਂ ਉਹ ਹੈਗਾ ਇੱਧਰ ਆਪਣੇ ਯੂਪੀ ਦੇ ਵਿੱਚ ਜਿੱਥੇ ਉੱਥੇ ਬਰੌਲੀ ਦੇ ਨੇੜੇ ਉਸ ਏਰੀਏ ਦੇ ਵਿੱਚ ਮੈਂ ਉੱਥੇ ਗਿਆ ਵੀ ਆ, ਦੇਖਿਆ ਵੀ ਆ ਖੂਹ। ਤੇ ਉਹ ਕਹਿੰਦੇ ਵੀ ਆਹ ਖੂਹ ਆ ਜਿੱਥੇ ਪੂਰਨ ਨੂੰ ਸਿੱਟਿਆ ਸੀ ਜੀ। ਤੇ ਇੱਕ ਉਹ ਕਹਿੰਦੇ ਜਿਹੜਾ ਆਪਣਾ ਹੈਗਾ ਜ਼ਿਲ੍ਹਾ ਅੰਮ੍ਰਿਤਸਰ ਆ, ਉਹਦੇ ਵਿੱਚ ਇੱਕ ਤਹਿਸੀਲ ਪੈਂਦੀ ਆ, ਤਹਿਸੀਲ ਦਾ ਨਾਂ ਦਾ ਮੈਨੂੰ ਚੇਤਾ ਭੁੱਲ ਗਿਆ, ਉਹਦੇ ਵਿੱਚ ਤਹਿਸੀਲ ਪੈਂਦੀ, ਚਲੋ ਕੋਈ ਨਾ ਬਾਅਦ ਚ ਦੇਖ ਲਾਂਗੇ। ਤੇ ਉਹ ਤਹਿਸੀਲ ਦੇ ਵਿੱਚ ਇੱਕ ਕਹਿੰਦੇ ਪਿੰਡ ਆ, ਉਹਦੇ ਪਿੰਡ ਦਾ ਨਾਂ ਹੈਗਾ, ਪਹਿਲਾਂ ਕਹਿੰਦੇ ਸੀਗਾ ਉਹਦਾ ਨਾਂ ਸੀਗਾ ਚਮਿਆਰੀ ਪਿੰਡ, ਤੇ ਹੁਣ ਉਹਦਾ ਪਿੰਡ ਕਹਿੰਦੇ ਨਾਂ ਬਦਲ ਕੇ ਰੱਖ ਦਿੱਤਾ ਪੱਕਾ ਪਿੰਡ। ਅੱਛਾ ਜੀ। ਤੇ ਉਹ ਕਹਿੰਦੇ ਪਿੰਡ ਦੇ ਵਿੱਚ ਉੱਥੇ ਵੀ ਕਹਿੰਦੇ ਪੂਰਨ ਦਾ ਖੂਹ ਬਣਿਆ ਹੋਇਆ। ਉਹ ਕਹਿੰਦੇ ਵੀ ਪੂਰਨ ਨੂੰ ਐਸ ਖੂਹ ਚ ਸਿੱਟਿਆ ਸੀ। ਅੱਛਾ ਜੀ। ਤੇ ਹੁਣ ਗੱਲ ਆਪਾਂ ਇਹ ਦੇਖਣੀ ਆ ਵੀ ਇਹ ਕਹਾਣੀ ਦੇ ਵਿੱਚ ਦਮ ਕਿੰਨਾ ਕੁ ਆ ਤੇ ਅਸਲੀਅਤ ਕੀ ਆ, ਸੱਚਾਈ ਕਿੱਥੇ ਹੈ, ਸੱਚਾਈ ਕਿੱਥੇ ਆ। ਹਾਂਜੀ ਜੀ। ਗੱਲ ਅਸਲ ਦੇ ਵਿੱਚ ਖੱਕ ਸਾਹਿਬ ਏਦਾਂ ਸੀਗੀ ਕਿ ਇਹ ਆਪਾਂ ਗੱਲ ਉਦੋਂ ਦੀ ਕਰਦੇ ਆ ਜਦੋਂ ਜਿਹੜੇ ਗੋਰੇ ਲੋਕ ਸੀ, ਜਿਹੜੇ ਜਿਨ੍ਹਾਂ ਦੇ ਸੁਨਹਿਰੀ ਵਾਲ ਹੁੰਦੇ ਆ, ਇਹ ਲੋਕਾਂ ਨੇ ਜਦੋਂ ਪਹਿਲਾਂ ਭਾਰਤ ਦੇ ਵਿੱਚ ਪ੍ਰਵੇਸ਼ ਕਰਨਾ ਸ਼ੁਰੂ ਕੀਤਾ, ਪਹਾੜੀ ਦੇ ਉੱਪਰ ਦੀਆਂ ਜਿਹੜਾ ਖੈਬਰ ਪਾਸ ਵਗੈਰਾ ਇੱਧਰ ਦੀ ਲੰਘ ਕੇ ਜਦੋਂ ਪਹਿਲਾਂ ਭਾਰਤ ਜਿਹੜਾ ਸਬ ਕੰਟੀਨੈਂਟ ਹੈ ਉਹਦੇ ਵਿੱਚ ਇਹ ਦਾਖਲ ਹੋਏ ਆ, ਇਹ ਉਸ ਵੇਲੇ ਦੀਆਂ ਗੱਲਾਂ ਅਸਲ ਦੇ ਵਿੱਚ ਜੀ ਜੀ। ਹੁਣ ਕੀ ਆ ਕਿ ਜੇ ਆਪਾਂ ਇਸ ਪੱਖ ਤੋਂ ਦੇਖੀਏ, ਜਿਹੜੇ ਉਹ ਕਹਿੰਦੇ ਅਰਸ਼ਾਂ ਤੋਂ ਆਉਂਦੀ ਸੀ, ਉਹ ਅਰਸ਼ ਕਹਿੰਦੇ ਆ ਜਿਹੜੀਆਂ ਪਹਾੜਾਂ ਦੀਆਂ ਚੋਟੀਆਂ ਉਹਨਾਂ ਨੂੰ ਵੀ ਅਰਸ਼ ਕਹਿੰਦੇ ਆ ਜੀ। ਫਰਸ਼ ਤੇ ਅਰਸ਼ 2 ਸ਼ਬਦ ਆ। ਫਰਸ਼ ਕਹਿੰਦੇ ਆ ਜਿਹੜਾ ਥੱਲੇ ਮੈਦਾਨ ਆ, ਧਰਤੀ ਆ, ਅਰਸ਼ ਕਹਿੰਦੇ ਆ ਜਿਹੜੀ ਚੋਟੀ ਆ। ਸੋ ਉਹ ਕੀ ਸੀਗਾ ਕਿ ਉਹ ਉੱਤਰੋਂ ਪਹਾੜਾਂ ਦੇ ਵਿੱਚੋਂ ਉਤਰ ਕੇ ਆਉਂਦੇ ਸੀ ਅਸਲ ਦੇ ਵਿੱਚ ਜੀ। ਤੇ ਹੁਣ ਆਪਾਂ ਇਹ ਦੇਖਣਾ ਵੀ ਉਹ ਅਸਲ ਚ ਆਈ ਕਿੱਥੋਂ ਸੀ ਲੂਣਾ।
ਉਹ ਇਸ ਤਰ੍ਹਾਂ ਹੈ ਕਿ ਤੁਸੀਂ ਅੱਜ ਦੇਖ ਲਓ ਜਾਂ ਅੱਜ ਤੋਂ 50 ਸਾਲ ਪਹਿਲਾਂ ਦੇਖ ਲਓ, ਤੁਹਾਨੂੰ ਜਿਹੜਾ ਖਾਸ ਕਰਕੇ ਪੰਜਾਬੀ ਬੋਲਦਾ ਸਮਾਜ ਆ ਉਹਦੇ ਵਿੱਚ ਲੂਣਾ ਕਿਸੇ ਔਰਤ ਦਾ ਨਾਂ ਨਹੀਂ ਮਿਲੂਗਾ। ਬਿਲਕੁਲ ਬਿਲਕੁਲ ਸਹੀ ਗੱਲ, ਕਦੇ ਕਿਸੇ ਦਾ ਲੂਣਾ ਨਾਂ ਨਹੀਂ ਹੋਊਗਾ। ਅੱਛਾ, ਹੁਣ ਕੀ ਆ ਕਿ ਲੂਣਾ ਜਿਹੜਾ ਨਾਂ ਆ ਉਹ ਬਣਿਆ ਕਿੱਦਾਂ ਆਪਾਂ ਦੇਖਣਾ। ਜੇ ਤੁਸੀਂ ਕਦੇ ਵੀ ਜਿਹੜੇ ਆ 2-3 ਮੁਲਕ ਮੈਂ ਤੁਹਾਨੂੰ ਦੱਸਦਾ, ਇੱਕ ਲੈ ਲਓ ਇਟਲੀ ਜੀ, ਇੱਕ ਲੈ ਲਓ ਸਪੇਨ ਤੇ ਇੱਕ ਲੈ ਲਓ ਪੁਰਤਗਾਲ। ਇਹ ਜਿਹੜੇ 3 ਮੁਲਕ ਆ, ਇਹਨਾਂ ਦੇ ਜਿਹੜੇ ਆ ਬਹੁਤ ਜਿਹੜੀ ਬੋਲੀ ਆਪਸ ਵਿੱਚ, ਜਿੱਦਾਂ ਆਪਣੇ ਹਿੰਦੀ ਤਾਂ ਪੰਜਾਬੀ ਆਪਸ ਵਿੱਚ ਮਿਲਦੇ ਇੱਕ ਦੂਜੇ ਸਾਹਮਣੇ, ਇਹਨਾਂ ਇਹ ਤਿੰਨੋਂ ਬੋਲੀਆਂ ਇਸੇ ਤਰ੍ਹਾਂ ਇੱਕ ਦੂਜੇ ਦੀ ਬੋਲੀ ਇਹ ਸਮਝ ਲੈਂਦੇ ਆ ਜੀ। ਸੋ ਹੁਣ ਕੀ ਹੈ ਕਿ ਜਿਹੜਾ ਲੂਣਾ ਆਪਾਂ ਸ਼ਬਦ ਕਹਿੰਦੇ ਉਹ ਅਸਲ ਚ ਲੂਣਾ ਅਣਾਣੇ ਨਾਲ ਨਹੀਂ ਹੈਗਾ, ਉਹ ਅਸਲ ਚ ਨੰਨੇ ਨਾਲ ਆ। ਲੂਣਾ ਜੀ, ਲੂਣਾ, ਹਾਂਜੀ ਜੀ, ਲੂਣਾ ਨਾ ਹੈਗੇ, ਨੀਨਾ ਨਾ, ਲੂਣਾ ਨਾ, ਹਾਂਜੀ। ਲੂਣਾ ਜਿਹੜਾ ਨਾਂ ਆ ਉਹ ਇਹਨਾਂ ਮੁਲਕਾਂ ਦੇ ਨਾਂ ਆ। ਲੂਣਾ ਕਹਿੰਦੇ ਆ ਚੰਦ ਨੂੰ ਜੀ, ਚੰਦਰਮਾ ਜਿਹੜਾ ਹੁੰਦਾ ਉਹਨੂੰ ਲੂਣਾ ਕਹਿੰਦੇ ਆ। ਜਿਹੜੀ ਸਪੈਨਿਸ਼ ਬੋਲੀ ਆ ਉਹਦੇ ਵਿੱਚ ਵੀ, ਇਟਾਲੀਅਨ ਵਿੱਚ ਵੀ ਤੇ ਪੁਰਤਗਾਲ, ਇਹਨਾਂ ਬੋਲੀਆਂ ਦੇ ਵਿੱਚ ਉਹਨੂੰ ਲੂਣਾ ਕਹਿੰਦੇ ਆ ਜੀ। ਅੰਗਰੇਜ਼ੀ ਦੇ ਵਿੱਚ ਵੀ ਇਹ ਸ਼ਬਦ ਵਰਤਦੇ ਆ, ਲੂਨਰ ਇਕਲਿਪਸ, ਜਦੋਂ ਚੰਦ ਨੂੰ ਗ੍ਰਹਿਣ ਲੱਗਦਾ ਉਹਨੂੰ ਕਹਿੰਦੇ ਲੂਨਰ ਇਕਲਿਪਸ ਹੋ ਗਿਆ। ਬਿਲਕੁਲ। ਸੋ ਉਹ ਇਹ ਸ਼ਬਦ ਹੈਗਾ, ਲੂਣਾ ਦਾ ਮਤਲਬ ਹੁੰਦਾ ਚੰਦਰਮਾ ਜੀ। ਸੋ ਉਹਨਾਂ ਔਰਤਾਂ ਦੇ ਇਹ ਨਾਂ ਹੁੰਦੇ ਆ ਲੂਣਾ। ਅੱਛਾ, ਹੁਣ ਕੀ ਆ ਕਿ ਉਹਦੇ ਵਾਲ ਵੀ ਸੁਨਹਿਰੀ ਸੀ ਜੀ। ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਦੇਖੋ, ਜੇ ਆਪਾਂ ਭਾਰਤ ਤੋਂ ਚੱਲ ਕੇ ਇਧਰ ਨੂੰ ਜਾਈਏ ਤੇ ਇਹ ਜਿਹੜੇ ਮੁਲਕ ਆ, ਤੁਰਕੀ ਤੋਂ ਅੱਗੇ ਬੁਲਗਾਰੀਆ ਆ ਜਾਂਦਾ, ਬੁਲਗਾਰੀਆ ਤੋਂ ਜਿਹੜੇ ਭੂਰੇ ਵਾਲਾਂ ਵਾਲੇ ਲੋਕ ਸ਼ੁਰੂ ਹੁੰਦੇ ਆ। ਜਿੱਦਾਂ ਜਿੱਦਾਂ ਗਾਹਾਂ ਜਾਈ ਜਾਓਗੇ, ਇਟਲੀ ਦੇ ਵਿੱਚ ਜਿਹੜੀ ਬਹੁਤ ਮੈਜੋਰਟੀ ਆ ਜਿਹੜੀ ਭੂਰੇ ਵਾਲਾਂ ਵਾਲੀ ਜੀ। ਸੋ ਇਹਦਾ ਮਤਲਬ ਇਹ ਹੋਇਆ ਕਿ ਰੋਮਨ ਅੰਪਾਇਰ ਦਾ ਜਦੋਂ ਦੁਨੀਆ ਦੇ ਉੱਤੇ ਜ਼ੋਰ ਸੀ, ਰੋਮਨ ਅੰਪਾਇਰ ਸੀ, ਇਹ ਉਦੋਂ ਦੀਆਂ ਗੱਲਾਂ ਕਰ ਰਹੇ ਆ। ਬਿਲਕੁਲ। ਸੋ ਇੱਥੋਂ ਇਹ ਸਿੱਧ ਹੁੰਦਾ ਕਿ ਲੂਣਾ ਸੀ ਜਿਹੜੀ ਉਹ ਇਟਾਲੀਅਨ ਸੀ, ਰੋਮਨ ਅੰਪਾਇਰ ਦੇ ਵੇਲੇ ਦੀ, ਤੇ ਉਹ ਉੱਥੋਂ ਆ ਕੇ ਇੱਥੇ ਭਾਰਤ ਦੇ ਵਿੱਚ ਆ ਗਏ ਸੀਗੇ। ਤੇ ਉਹ ਜਿਹੜੇ ਫਿਰ ਏਦਾਂ ਰਾਜੇ ਹੁੰਦੇ ਸੀ ਤੇ ਉਹਨਾਂ ਦੇ ਨਾਚ ਨੂਚ ਕਰਕੇ ਤੇ ਆਪਣੇ ਪੈਸੇ ਕਮਾ ਕੇ ਤੇ ਚਲੇ ਜਾਂਦੇ ਸੀ, ਵਾਪਸ ਆਸੇ ਪਾਸੇ ਰਹਿ ਲੈਂਦੇ ਸੀ। ਜਦੋਂ ਮੁੜ ਕੇ ਫੇਰ ਉਹਨਾਂ ਦਾ ਮੁੱਕ ਜਾਂਦੇ ਸੀ, ਉਹ ਫੇਰ ਆ ਜਾਂਦੇ ਸੀ। ਲੋਕਾਂ ਨੂੰ ਪੜਤਾ ਸੀ ਨਾ, ਲੋਕਾਂ ਨੂੰ ਤਾਂ ਪਤਾ ਨਹੀਂ, ਜੋ ਕਹਿਤਾ ਲੋਕਾਂ ਨੇ ਮੰਨ ਲਿਆ। ਉਹਨਾਂ ਕਿ ਉੱਪਰੋਂ ਆਉਂਦੀ ਪਰੀ, ਉੱਪਰੋਂ ਆਉਂਦੀ ਹੈ, ਮਤਲਬ 5-4 ਮਹੀਨਿਆਂ ਬਾਅਦ। ਇਹ ਦੇਖੋ, ਤਰਕ ਦੇ ਨਾਲ ਜੇ ਗੱਲ ਕੀਤੀ ਜਾਵੇ, ਸੋਚਿਆ ਜਾਵੇ, ਇਹੀ ਤਾਂ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਸਰੋਤਿਆਂ ਨੂੰ ਕਿ ਇਹਦੇ ਵਿੱਚ ਅਸਲੀਅਤ ਕੀ ਹੈ ਜੀ। ਹਾਂਜੀ ਜੀ। ਅੱਛਾ, ਹੁਣ ਕੀ ਆ ਕਿ ਉਹ ਭੂਰੇ ਵਾਲਾਂ ਵਾਲੀ ਸੀ, ਉਹਦੇ ਨਾਲ ਜਿਹੜੇ ਉਹ ਕਹਿੰਦੇ ਫਰਿਸ਼ਤੇ ਵੀ ਸੀ, ਉਹਦੇ ਨਾਲ ਬੰਦੇ ਵੀ ਹੁੰਦੇ ਸੀ, ਤੇ ਉਹ ਆ ਕੇ ਨਾਚ ਕਰਦੀ ਹੁੰਦੀ ਸੀ ਤੇ ਉਹ ਚਲੇ ਜਾਂਦੀ ਸੀ ਪੈਸੇ ਆਪਣੇ ਬਣਾ ਕੇ। ਢੋਲਕੀਆਂ ਢਾਲਕੀਆਂ ਵੀ ਆਉਣੇ ਤੇ ਇੱਕ ਦੋ ਨਾਲ ਹੋਣਗੇ ਨਾ, ਜਦੋਂ ਬਿਲਕੁਲ ਜੀ, ਬਿਲਕੁਲ, ਹਾਂਜੀ। ਅੱਛਾ, ਹੁਣ ਕੀ ਆ ਕਿ ਫਿਰ ਉਹ ਜਿਹੜਾ ਕਹਿੰਦੇ ਵੀ ਉਹਦੇ ਖੰਭ ਟੁੱਟ ਗਿਆ ਸੀ ਤੇ ਉਹ ਉੱਥੇ ਰਹਿ ਗਈ। ਉਹਦਾ ਅਸਲ ਦੇ ਵਿੱਚ ਗੱਲ ਇਹ ਸੀਗੀ ਕਿ ਉਹਨੇ ਇਹ ਸੋਚ ਲਿਆ ਵੀ ਮੈਂ ਸ਼ੈਤਾਨ ਬਹੁਤ ਆ, ਇਹ ਲੋਕ ਭੁੱਖਾ ਮਰਦਾ ਸ਼ੈਤਾਨ ਹੁੰਦਾ। ਅੱਛਾ, ਉਹਨੇ ਇਹ ਲੱਖਣ ਲਾ ਲਿਆ ਵੀ ਮੈਂ ਅਸੀਂ ਆਉਨੇ ਆ, ਚੁੱਪ ਕਰਕੇ ਇੱਥੇ ਆਪਣਾ ਡੇਰਾ ਲਾ ਲਓ। ਤੇ ਉਹਨੇ ਉੱਥੇ ਡੇਰਾ ਲਾ ਲਿਆ ਤੇ ਉਹ ਰਾਜਾ ਫਿਰ ਬੁੱਢਾ ਹੋ ਕੇ ਮਰ ਗਿਆ। ਤੇ ਫਿਰ ਉਹਨੇ ਕਿਹਾ ਵੀ ਹੁਣ ਮੈਂ ਕਿੱਧਰ ਜਾਵਾਂ। ਫਿਰ ਉਹਨੇ ਹੋਰ ਰਾਜਾ ਲੱਭ ਲਿਆ, ਪੂਰਨ ਦਾ ਬਾਪ ਸਲਵਾਨ ਲੱਭ ਲਿਆ, ਉੱਥੇ ਚਲੇ ਗਈ ਜੀ। ਤੇ ਹੁਣ ਉਹਨੇ ਕੀ ਕੀਤਾ, ਅੱਗੇ ਜਾ ਕੇ ਉਹਨੇ ਇੱਥੋਂ ਤੱਕ, ਜਿੱਦਾਂ ਅੰਗਰੇਜ਼ਾਂ ਨੇ ਵੀ ਏਦਾਂ ਹੀ ਕੀਤੀ ਸੀ, ਉਹ ਗੱਲ ਕਿਸੇ ਦਿਨ ਫੇਰ ਕਰਾਂਗੇ। ਠੀਕ ਹੈ। ਉਹਨੇ ਸੋਚਿਆ ਵੀ ਮੈਂ ਜਾਨੀ ਆਉਣੀ ਆ, ਚੁੱਪ ਕਰਕੇ ਇੱਥੇ ਆਪਣੇ ਪੂਰਨ ਹੈਗਾ ਤੇ ਇਹਨੇ ਕਹਾ ਰਾਜਾ ਬਣਨਾ। ਰਾਜੇ ਸਲਵਾਨ ਨੇ ਵੀ ਬੁੜਾ ਹੋ ਕੇ ਮਰ ਜਾਣਾ। ਫਿਰ ਇਹ ਵੀ ਤੇ ਦੇਖੋ ਨਾ, ਇਹ ਵੀ ਤੇ ਗੱਲ ਕਰਨ ਵਾਲੀ ਆ ਕਿ ਉਹ ਜਾਂਦੀ ਰਾਜਿਆਂ ਕੋਲ ਸੀ, ਆਮ ਬੰਦੇ ਕੋਲ, ਕੋਈ ਪਿੰਡ ਦੀ ਪੰਚਾਇਤ ਮੈਂਬਰ ਕੋਲ ਜਾਂ ਕਿਸੇ ਹੋਰ ਕੋਲ ਤਾਂ ਗਈ ਨਹੀਂ। ਜਿੱਥੇ ਗਈ ਰਾਜਿਆਂ ਕੋਲ ਗਈ ਆ, ਜਿੱਥੇ ਮਾਇਆ ਸੀ, ਜਿੱਥੇ ਮਾਇਆ ਸੀ ਜੀ। ਦੂਜਾ ਉਹਨੇ ਉਹ ਰਾਜ ਜਿਹੜੇ ਸੀ ਡਿਸਟਰੋਏ ਕਰਕੇ ਉਹਨਾਂ ਨੇ ਆਪਣਾ ਰਾਜ ਚਲਾਉਣਾ ਸੀ। ਬਿਲਕੁਲ। ਸੋ ਉਹ ਜਿਹੜੀ ਸੀ ਇਸ ਤਰ੍ਹਾਂ ਦੀ ਸਿਆਸਤ ਦੇ ਵਿੱਚ ਸੀਗੀ। ਤੇ ਉਹਨੇ ਫਿਰ ਜਦੋਂ ਦੇਖਿਆ ਵੀ ਹੁਣ ਰਾਜੇ ਸਲਵਾਨ ਨੇ ਵੀ ਬਜ਼ੁਰਗ ਹੋ ਕੇ ਇਹਨੇ ਵੀ ਮਰ ਜਾਣਾ, ਤੇ ਮੈਂ ਇਹਦਾ ਗਾਹਾਂ ਜਿਹੜਾ ਮੁੰਡਾ ਆ ਨੌਜਵਾਨ, ਉਹਦੇ ਨਾਲ ਸ਼ਾਦੀ ਕਰਕੇ ਤੇ ਆਪਣਾ ਆਰਾਮ ਨਾਲ ਰਾਜ ਕਰੂੰਗੀ ਇੱਥੇ। ਤੇ ਉਹ ਪੂਰਨ ਨੇ ਨਾ ਕਰ ਦਿੱਤੀ। ਪੂਰਨ ਨੇ ਜਦੋਂ ਨਾ ਕਰ ਦਿੱਤੀ, ਫਿਰ ਉਹਨੇ ਗਾਹਾਂ ਸਕੀਮ ਲਾ ਲਈ ਵੀ ਹੁਣ ਮੈਂ ਕੀ ਕਰਾਂ ਜੀ। ਉਹਨੇ ਜਿਹੜਾ ਰਾਜਾ ਸਲਵਾਨ ਸੀਗਾ ਉਹਨੂੰ ਕਹਿ ਦਿੱਤਾ ਵੀ ਦੇਖ ਵੀ ਤੈਂ ਵੀ ਮਰ ਜਾਣਾ ਤੇ ਮੈਂ ਮਗਰੋਂ ਰੋਟੀ ਕਿੱਥੇ ਖਾਊਂਗੀ। ਤੇ ਤੂੰ ਏਦਾਂ ਕਰ ਵੀ ਤੂੰ ਇਹ ਜਿਹੜਾ ਰਾਜ ਆ ਇਹ ਮੇਰੇ ਨਾਂ ਲਿਖਾ ਦੇ ਜੀ। ਅੱਛਾ,
ਹੁਣ ਕੀ ਆ ਕਿ ਜਿਹੜੇ ਪੂਰਨ ਦੇ ਹੱਥ ਵੱਡੇ ਸੀ, ਪੈਰ ਵੱਡੇ ਸੀ, ਪੂਰਨ ਦੇ ਹੱਥ ਪੈਰ ਨਹੀਂ ਸੀ ਵੱਡੇ। ਨਾ ਕੋਈ ਉਦੋਂ ਏਦਾਂ ਦੀ ਸਰਜਰੀ ਦੀ ਜਿਹੜੀ ਸੀਗੀ ਕਿ ਗੋਰਖਨਾਥ ਨੇ ਉਹਦੇ ਪੈਰ ਹੱਥ ਜੋੜਤੇ ਸੀ, ਏਦਾਂ ਦੀ ਕੋਈ ਗੱਲ ਨਹੀਂ ਸੀ। ਬਿਲਕੁਲ। ਅਸਲ ਦੇ ਵਿੱਚ ਕੀ ਸੀਗਾ ਕਿ ਉਹਨੇ ਪੂਰਨ ਦੇ ਹੱਥ ਇਸ ਤਰੀਕੇ ਨਾਲ ਵੱਡੇ ਸੀ ਕਿ ਉਹਨੇ ਰਾਜੇ ਤੋਂ ਦਸਖਤ ਕਰਾ ਲਿਆ ਵੀ ਤੇਰਾ ਜਿਹੜਾ ਰਾਜ ਆ ਉਹ ਤੇਰੇ ਮਰਨ ਤੋਂ ਬਾਅਦ ਮੈਨੂੰ ਮਿਲੇ। ਇਹਨੂੰ ਕਹਿੰਦੇ ਹੱਥ ਵੱਡੇ। ਬਿਲਕੁਲ, ਇਹਨੂੰ ਕਹਿੰਦੇ ਹੱਥ ਵੱਡੇ। ਅੱਜ ਵੀ ਆਪਾਂ ਕਹਿੰਦੇ ਆ, ਹਜੇ ਤੱਕ ਵੀ ਉਹ ਗੱਲਾਂ ਚੱਲਦੀਆਂ। ਉਹ ਕਹਿੰਦੇ ਦਸਖਤ ਕਰਾ ਲਿਆ, ਗੁੱਠਾ ਲਵਾ ਲਿਆ, ਤਾਂ ਕਹਿੰਦੇ ਤੇਰੇ ਤਾਂ ਉਹਨੇ ਹੱਥ ਵੱਢ ਲੈ। ਬਿਲਕੁਲ। ਅੱਛਾ, ਉਹ ਫਿਰ ਰਾਗੀਆਂ ਨੇ ਗਾਹਾਂ ਹੱਥ ਪੈਰ ਨਾਲ ਜੋੜ ਲੈ ਪਏ, ਹੱਥ ਪੈਰ ਵੱਢ ਤੇ ਫਿਰ ਉਹਨੂੰ ਖੂਹ ਚ ਸਟਾਤਾ। ਕਿਸੇ ਖੂਹ ਚ ਨਹੀਂ ਸੀ ਸਟਾਇਆ, ਉਹਨੇ ਉਹਦੇ ਤੋਂ ਰਾਜੇ ਤੋਂ ਦਸਖਤ ਕਰਾ ਕੇ ਇਹ ਉਹਦੇ ਚ ਲਿਖਾ ਲਿਆ ਸੀਗਾ ਕਿ ਇਹ ਜਿਹੜਾ ਪੂਰਨ ਆ ਇਹਨੂੰ ਤੂੰ ਆਪਣੇ ਰਾਜ ਦੇ ਵਿੱਚੋਂ ਐਗਜ਼ਾਈਲ, ਜਿਹਨੂੰ ਆਪਾਂ ਕਹਿੰਦੇ ਆ ਰਾਜ ਤੋਂ ਬਾਹਰ ਕੱਢ ਦੇ ਜੀ, ਰਾਜ ਤੋਂ ਬਾਹਰ ਕੱਢ ਦੇ, ਤਾਂ ਕਿ ਜਦੋਂ ਨੂੰ ਇਹ 10 ਸਾਲ ਲਈ 12 ਸਾਲ ਲਈ ਉਹਨੂੰ ਬਾਹਰ ਕੱਢ ਦੇ, ਤਾਂ ਕਿ ਜਦੋਂ ਤੱਕ ਇਹ ਮੁੜ ਕੇ ਆਊਗਾ ਉਦੋਂ ਤੱਕ ਮੇਰਾ ਜਿਹੜਾ ਰਾਜ ਆ ਪੂਰਾ ਰਾਜ ਦੇ ਉੱਤੇ ਕੰਟਰੋਲ ਹੋਊਗਾ, ਤਾਂ ਮੁੜ ਕੇ ਮੈਂ ਇਹਨੂੰ ਕੀ ਜਾਣਨਾ। ਬਿਲਕੁਲ। ਅੱਛਾ, ਉਹਨੇ ਫਿਰ ਉਹ ਰਾਜ ਸੀ ਜਿਹੜਾ ਉਹ ਰਾਜੇ ਤੋਂ ਲਿਖਾ ਲਿਆ, ਤੇ ਜਿਹੜਾ ਪੂਰਨ ਸੀ ਉਹਨੇ ਉਹਨੂੰ ਦੇਸ਼ ਨਿਕਾਲਾ, ਜਿਹਨੂੰ ਆਪਾਂ ਕਹਿੰਦੇ ਆ ਦੇ ਦਿੱਤਾ, ਜਾਣੀ ਕਿ ਉਸ ਰਾਜੇ ਦੇ ਰਾਜ ਚੋਂ ਬਾਹਰ ਕੱਢ ਦਿੱਤਾ। ਤੇ ਹੁਣ ਜਿਹੜਾ ਪੂਰਨ ਸੀ ਉਹਨੇ ਕੀ ਕੀਤਾ, ਉਹ ਫਿਰ ਉੱਥੋਂ ਘੁੰਮਦਾ ਭੁੱਲਿਆ ਭਟਕਿਆ, ਉਹ ਚਲੇ ਗਿਆ ਇੱਧਰ ਗੋਰਖਨਾਥ ਦੇ ਟਿੱਲੇ ਤੇ ਪਹੁੰਚ ਗਿਆ ਜੀ। ਉੱਥੇ ਜਦੋਂ ਪਹੁੰਚਿਆ ਤੇ ਉੱਥੇ ਥੋੜਾ ਚਿਰ ਰਿਹਾ, ਤੇ ਉਹਦੇ ਪਹਿਲਾਂ ਜਿਹੜੇ ਗੋਰਖਨਾਥ ਦੇ ਚੇਲੇ ਸੀਗੇ, ਚਾਚੇ ਸੀਗੇ, ਉਹ ਪਹਿਲਾਂ ਦੇ ਚਿਰਾਂ ਦੇ ਕਈ ਸਾਲਾਂ ਦੇ ਉੱਥੇ ਰਹਿੰਦੇ ਸੀ। ਤੇ ਉਹ ਜਿਹੜਾ ਸੀਗਾ ਗੁਰੂ ਗੋਰਖਨਾਥ, ਉਹਨੇ ਕਹਿੰਦੇ ਆ ਵੀ ਜਿਹੜਾ ਯੋਗ ਸੀਗਾ ਉਹ ਪੂਰਨ ਨੂੰ ਦੇ ਦਿੱਤਾ। ਤੇ ਉਹ ਜਿਹੜੇ ਬਾਕੀ ਦੇ ਸੀ ਉਹ ਭਟਕਦੇ ਸੀ ਵੀ ਅਸੀਂ ਇੱਥੇ ਇੰਨੇ ਚਿਰ ਤੇਰੇ ਇੱਥੇ ਫੁੱਲਾਂ ਨੂੰ ਪਾਣੀ ਦਿੰਦੇ ਆ ਤੇ ਤੇਰੀਆਂ ਬਗੀਚੀਆਂ ਪਾਲਦੇ ਆ, ਤੇ ਅੱਜ ਆਇਆ ਤੇ ਇਹਨੂੰ ਤੂੰ ਸਾਡਾ ਲੀਡਰ ਬਣਾਤਾ, ਯੋਗ ਦੇ ਦਿੱਤਾ ਇਹਨੂੰ ਜੀ। ਤੇ ਉਹ ਫਿਰ ਜਿਹੜਾ ਸੀ ਆਪਣੇ ਗੋਰਖਨਾਥ ਸੀ, ਉਹਨੇ ਕੀ ਕੀਤਾ, ਉਹਨੇ ਫਿਰ ਸ਼ਰਤ ਰੱਖ ਦਿੱਤੀ, ਕਹਿੰਦਾ ਵੀ ਮੈਂ ਯੋਗਤਾ ਇਹਨੂੰ ਦੇ ਦਿੱਤਾ ਕਿਉਂਕਿ ਇਹਦੇ ਚ ਕਾਬਲੀਅਤ ਆ ਤੁਹਾਡੇ ਚ ਹੈ ਨਹੀਂ। ਕਿਉਂਕਿ ਉਹ ਰਾਜੇ ਦਾ ਪੁੱਤ ਸੀ, ਉਹਨੂੰ ਸ਼ਾਸਤਰ ਵਿਦਿਆ ਸਾਰਾ ਕੁਝ ਸਿੱਖਿਆ ਸੀ, ਸੋਹਣਾ ਸੀ, ਸੁਨੱਖਾ ਸੀ, ਜਵਾਨ ਸੀ, ਤੇ ਉਹ ਕਹਿੰਦਾ ਸੀ ਵੀ ਇਹਦੇ ਚ ਕਾਬਲੀਅਤ ਕਰਕੇ ਮੈਂ ਇਹਨੂੰ ਦਿੱਤੀ ਆ। ਤੇ ਫਿਰ ਗੋਰਖਨਾਥ ਨੇ ਉੱਥੇ ਜਦੋਂ ਰੌਲਾ ਪਾਉਣ ਲੱਗ ਪਿਆ ਚੇਲੇ ਥੱਲੇ ਵਾਲੇ, ਤੇ ਉਹ ਕਹਿੰਦੇ ਵੀ ਚੰਗਾ ਆਪਾਂ ਏਦਾਂ ਕਰਦੇ ਆ। ਉੱਥੇ ਸੀਗੀ ਇੱਕ ਰਾਣੀ ਸੁੰਦਰਾ, ਉਹਨੂੰ ਕਹਿੰਦੇ ਸੀ। ਬਿਲਕੁਲ, ਰਾਣੀ ਸੁੰਦਰਾ ਸੀ ਜਿਹੜੀ, ਤੇ ਇਹ ਵੀ ਇਹਨਾਂ ਚੋਂ ਹੀ ਸੀ, ਬਾਹਰਲਿਆਂ ਚੋਂ। ਉਹ ਸੈਂਡਰਾ ਤੋਂ ਸੁੰਦਰਾ ਬਣਿਆ ਸ਼ਬਦ। ਅੱਛਾ ਜੀ। ਸੈਂਡਰਾ ਹੁੰਦੇ ਨੀ, ਉਹਨਾਂ ਦਾ ਨਾਮ ਸਪੈਨਿਸ਼ ਲੋਕ ਆ ਜਿਹੜੇ ਇਹਨਾਂ ਦੇ ਹੁੰਦੇ ਆ। ਬਿਲਕੁਲ, ਹਾਂਜੀ ਜੀ। ਅੱਛਾ, ਤੇ ਉਹ ਜਿਹੜਾ ਸੀਗਾ ਗੋਰਖਨਾਥ, ਉਹਨੇ ਚੇਲਿਆਂ ਨੂੰ ਕਹਿੰਦੇ ਵੀ ਚੰਗਾ ਆਪਾਂ ਏਦਾਂ ਕਰਦੇ ਆ ਵੀ ਜਿਹੜਾ ਉਹਦੇ ਕੋਲ ਜਾ ਕੇ, ਰਾਣੀ ਸੁੰਦਰਾ ਦੇ ਕੋਲ ਜਾ ਕੇ ਉਹ ਤੋਂ ਖੈਰ ਲੈ ਆਊਗਾ ਨਾ, ਉਹਨੂੰ ਮੈਂ ਰਾਜ ਦੇ ਦੂੰ, ਉਹਨੂੰ ਮੈਂ ਇਹ ਜਿਹੜਾ ਯੋਗ ਆ ਉਹਨੂੰ ਦੇ ਦੂੰਗਾ, ਉਹਨੂੰ ਮੈਂ ਲੀਡਰ ਤੁਹਾਡਾ ਬਣਾ ਦੂੰਗਾ ਜੀ। ਤੇ ਉਹ ਜਾਂਦੇ ਸੀ, ਉਹ ਜਿਹੜੀ ਰਾਣੀ ਸੁੰਦਰਾ ਸੀ ਉਹ ਆਪਣੇ ਮਹਿਲ ਦੇ ਉੱਤੋਂ ਕਹਿੰਦੇ ਆ ਵੀ ਉਹ ਥੱਲੇ ਨਹੀਂ ਸੀ ਉਤਰਦੀ। ਕੋਈ ਆਈ ਜਾਵੇ, ਸਾਧੂ ਆਵੇ, ਮਹਾਤਮਾ ਆਵੇ, ਸੰਤ ਆਵੇ, ਕਹਿੰਦੀ ਸੀ ਨਹੀਂ ਮੈਂ ਨਹੀਂ ਇਹ ਖੈਰ ਨਹੀਂ ਪਾਉਣੀ ਕਿਸੇ ਨੂੰ ਜੀ। ਤੇ ਉਹ ਫਿਰ ਜਾਂਦੇ ਰਹੇ ਤੇ ਮੁੜਦੇ ਰਹੇ, ਜਾਂਦੇ ਰਹੇ ਤੇ ਮੁੜਦੇ ਰਹੇ। ਤੇ ਫਿਰ ਪੂਰਨ ਦੀ ਵਾਰੀ ਆਈ ਤੇ ਪੂਰਨ ਉਹਦੇ ਕੋਲ ਗਿਆ। ਉਹਨੇ ਜਾ ਕੇ ਜਦੋਂ ਕਹਿੰਦੇ ਆ ਦਰਵਾਜ਼ਾ ਖੜਕਾਇਆ ਥੱਲਿਓਂ, ਤੇ ਉਹ ਜਿਹੜੀਆਂ ਉਹਦੀਆਂ ਨੌਕਰਾਣੀਆਂ ਸੀ, ਗੋਲੀਆਂ, ਉਹਨਾਂ ਨੂੰ ਕਹਿ ਦਿੰਦੇ, ਹੁਣ ਆਪਾਂ ਨੌਕਰਾਣੀਆਂ ਕਹਿ ਦਿੰਦੇ ਆ, ਉਦੋਂ ਕਹਿੰਦੇ ਸੀ ਗੋਲੀਆਂ। ਉਹ ਗੋਲੀਆਂ ਕਹਿੰਦੇ ਥੱਲੇ ਆਈਆਂ, ਤੇ ਉਹਨਾਂ ਨੇ ਦੇਖਿਆ ਪੂਰਨ ਨੂੰ, ਤੇ ਉੱਤੇ ਜਾ ਕੇ ਰਾਣੀ ਨੂੰ ਸੁਨੇਹਾ ਦੇ ਦਿੱਤਾ। ਤੇ ਕਹਿੰਦੇ ਭਈ ਸਾਧੂ ਆਇਆ, ਭਈ ਤੂੰ ਉਹਨੂੰ ਖੈਰ ਪਾਇਆ। ਉਹ ਕਹਿੰਦੀ ਭਈ ਨਹੀਂ ਮੈਂ ਨਹੀਂ ਸਾਧੂਆਂ ਸੂਧੂਆਂ ਨੂੰ। ਤੇ ਉਹਨੇ ਉਹ ਕਹਿੰਦੇ ਫਿਰ ਉਹਨੇ ਜਿਹੜੀਆਂ ਗੋਲੀਆਂ ਸੀ ਉਹਨਾਂ ਨੇ ਜ਼ੋਰ ਪਾਇਆ ਵੀ ਤੂੰ ਇੱਕ ਵਾਰੀ ਜਾ ਕੇ ਦੇਖ ਤਾਂ ਲੈ ਜੀ, ਤੈਨੂੰ ਏਦਾਂ ਦਾ ਤੂੰ ਦੁਨੀਆ 'ਚ ਦੇਖਿਆ ਨਹੀਂ ਹੋਣਾ, ਏਡਾ ਸੋਹਣਾ ਸਾਧੂ। ਹਾਂ, ਇੰਨਾ ਸੋਹਣਾ ਸਾਧੂ ਆ। ਹਾਂਜੀ ਜੀ। ਫਿਰ ਕਹਿੰਦੇ ਉਹਨਾਂ ਦੇ ਜਦ ਨਹੀਂ ਹਟੇ ਉਹ, ਤੇ ਫਿਰ ਉਹ ਸੁੰਦਰਾ ਸੀ ਜਿਹੜੀ ਉਹ ਥੱਲੇ ਗਈ, ਤੇ ਜਾ ਕੇ ਉਹਨੇ ਫਿਰ ਪੂਰਨ ਦੇ ਜਦੋਂ ਦੇਖਿਆ, ਤੇ ਫਿਰ ਉਹ ਕਹਿੰਦੀ ਭਈ ਤੂੰ ਚਲੇ ਜਾ ਤੇ ਆਪਣਾ ਸਰਨਾਮਾ ਦੇ ਜਾ, ਤੂੰ ਇਹਨਾਂ ਕਿੱਥੇ ਆ। ਐਡਰੈਸ ਦੇ ਜਾ, ਈਮੇਲ ਕਰ ਦੇ। ਹਾਂਜੀ। ਫਿਰ ਉਹ ਕਹਿੰਦੇ ਆ ਭਈ ਜਿਹੜੀ ਉਹ ਸੀਗੀ ਰਾਣੀ ਸੁੰਦਰਾ, ਉਹ ਫਿਰ ਕਹਿੰਦੇ ਉਹਨੇ ਗੋਲੀਆਂ ਨੂੰ ਲਾ ਕੇ ਤੇ ਸਾਰਾ ਆਪਣਾ ਲੰਗਰ ਤਿਆਰ ਕੀਤਾ। ਲੰਗਰ ਤਿਆਰ ਕਰਕੇ ਜਿੰਨੇ ਉੱਥੇ ਸਾਧੂ ਸੀਗੇ ਸਾਰਿਆਂ ਵਾਸਤੇ ਆਪ ਉਹ ਲੈ ਕੇ ਪ੍ਰਸ਼ਾਦੇ ਤਿਆਰ ਕਰਕੇ ਤੇ ਉੱਥੇ ਗਈ ਸੀ ਗੋਰਖਨਾਥ ਦੇ ਟਿੱਲੇ ਤੇ। ਤੇ ਫਿਰ ਉਹਨੇ ਜਾ ਕੇ ਸਾਰੇ ਸਾਧੂਆਂ ਨੂੰ ਉੱਥੇ ਖਾਣਾ ਖਿਲਾਇਆ ਸੀ। ਤੇ ਫਿਰ ਜਿਹੜਾ ਗੋਰਖਨਾਥ ਸੀ ਉਹਨੇ ਫਿਰ ਉਹਨਾਂ ਦੀ ਸ਼ਾਦੀ ਕਰ ਦਿੱਤੀ ਸੀ ਜੀ।
ਹੁਣ ਜਿਹੜਾ ਕਹਿੰਦੇ ਹੱਥ ਪੈਰ ਜੋੜ ਦਿੱਤੇ ਸੀ, ਉਹਦਾ ਮਤਲਬ ਇਹ ਸੀਗਾ ਵੀ ਉਹ ਰਾਜਾ ਜਿੱਦਾਂ ਉਹਦਾ ਰਾਜ ਗਿਆ ਸੀ, ਗੋਰਖਨਾਥ ਨੇ ਉਹਨੂੰ ਰਾਜ ਉਹਦਾ ਵਾਪਸ ਦਵਾਤਾ ਤੇ ਉਹਦੇ ਹੱਥ ਪੈਰ ਮੁੜ ਕੇ ਜੋੜ ਦਿੱਤੇ। ਤੇ ਫਿਰ ਉਹ ਕਹਿੰਦੇ ਆ ਵੀ ਉਹ ਜਿਹੜੀ ਰਾਣੀ ਸੀ ਉਹਦੇ ਨਾਲ ਪੂਰਨ ਦੀ ਬਣੀ ਨਹੀਂ ਸੀਗੀ। ਠੀਕ ਹੈ। ਉਹ ਫਿਰ ਉੱਥੋਂ ਛੱਡ ਕੇ ਫਿਰ ਮੁੜ ਕੇ ਆਪਣੇ ਉੱਥੇ ਆ ਗਿਆ ਸੀ ਰਾਜੇ ਸਲਵਾਨ ਦੇ ਦਰਬਾਰ ਦੇ ਵਿੱਚ, ਤੇ ਉੱਥੇ ਆ ਕੇ ਫਿਰ ਉਹ ਕਹਿੰਦੇ ਆ ਜਿੱਦਾਂ ਉਹਦਾ ਪੂਰਨ ਦਾ ਬਾਗ ਸੀ, ਤੇ ਜਦੋਂ ਉਹ ਵਾਪਸ ਆਇਆ ਤੇ ਉੱਥੇ ਫਿਰ ਜਿਹੜਾ ਬਾਗ ਸੀ ਉਹਨੇ ਆ ਕੇ ਆਪਣਾ ਪਾਣੀ ਦੇਣਾ ਸ਼ੁਰੂ ਕੀਤਾ, ਤੇ ਉਹ ਬਾਗ ਫਿਰ ਮੁੜ ਕੇ ਹਰਾ ਭਰਾ ਹੋ ਗਿਆ ਸੀ ਜੀ। ਤੇ ਫਿਰ ਕਹਿੰਦੇ ਆ ਵੀ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸੀਗਾ ਉਹ ਆਪਣੇ ਰਾਜਾ ਸਲਵਾਨ ਤੇ ਉਹਦੀ ਜਿਹੜੀ ਲੂਣਾ ਸੀਗੀ ਜੀ, ਇਹ ਕਹਿੰਦੇ ਆ ਫਿਰ ਉੱਥੇ ਜਦੋਂ ਕਿਸੇ ਨੇ ਆ ਕੇ ਦੱਸਿਆ ਵੀ ਜਿੱਥੇ ਪੂਰਨ ਦਾ ਬਾਗ ਸੀ ਉੱਥੇ ਕੋਈ ਸਾਧੂ ਆਇਆ ਤੇ ਉਹ ਬਾਗ ਹੁਣ ਹਰਾ ਭਰਾ ਹੋ ਗਿਆ। ਤੇ ਫਿਰ ਉਹ ਕਹਿੰਦੇ ਆ ਜਿਹੜਾ ਉਹ ਰਾਜਾ ਸਲਵਾਨ ਸੀ ਉੱਥੇ ਗਏ ਪੂਰਨ ਦੇ ਕੋਲ, ਤੇ ਉਹਨਾਂ ਨੇ ਜਾ ਕੇ ਇਹ ਇੱਛਾ ਪ੍ਰਗਟ ਕੀਤੀ ਵੀ ਸਾਡੇ ਇੱਕ ਲੜਕਾ ਹੋਣਾ ਚਾਹੀਦਾ ਤੇ ਸਾਡਾ ਰਾਜ ਭਾਗ ਆ ਜਿਹੜਾ ਇਹ ਵਧੇ ਅੱਗੇ ਪੀੜੀ। ਤੇ ਫਿਰ ਕਹਿੰਦੇ ਪੂਰਨ ਨੇ ਦੱਸਿਆ ਸੀ ਵੀ ਤੁਹਾਡੇ ਬੱਚਾ ਤਾਂ ਹੈਗਾ ਸੀ ਪਹਿਲਾਂ ਹੀ, ਵੀ ਉਹ ਕਿੱਥੇ ਗਿਆ। ਤੇ ਇਹ ਗੱਲ ਇਸ ਤਰ੍ਹਾਂ ਸੀ। ਦੇਖੋ ਤੁਸੀਂ ਇਹ ਗੱਲਾਂ ਖੱਖ ਸਾਹਿਬ ਹੁੰਦੀਆਂ ਕੀ ਆ ਤੇ ਸਮਾਜ ਨੇ ਵਿਗਾੜ ਕਿੱਦਾਂ ਲਈਆਂ ਇਹ ਗੱਲਾਂ। ਉਹ ਪੂਰਨ ਦੇ ਹੱਥ ਵੱਢ ਦਿੱਤੇ, ਫਿਰ ਉਹ ਕਹਿੰਦੇ ਗੋਰਖਨਾਥ ਖੂਹ ਦੇ ਵਿੱਚ ਸਿੱਟਿਆ ਆਇਆ ਸੀ, ਫਿਰ ਉਹ ਕਹਿੰਦੇ ਗੋਰਖਪੁਰੀ ਚੇਲਿਆਂ ਨੇ ਉਹਦੇ ਖੂਹ ਦੇ ਵਿੱਚ ਡੋਲ ਭਰਾਇਆ ਪਾਣੀ ਕੱਢਣ ਲਈ, ਤੇ ਉਹਨੇ ਕਹਿੰਦੇ ਥੱਲਿਓਂ ਜਿਹੜੇ ਬਾਹਾਂ ਦੇ ਟੁੰਡ ਸੀ ਉਹ ਫਸਾ ਲਏ ਉਹਦੇ ਵਿੱਚ, ਤੇ ਡੋਲ ਉਹਨਾਂ ਤੋਂ ਖਿੱਚ ਨਹੀਂ ਸੀ ਹੁੰਦਾ। ਫਿਰ ਕਹਿੰਦੇ ਉਹਨਾਂ ਨੇ ਪੁੱਛਿਆ ਵੀ ਤੂੰ ਕੌਣ ਆ, ਜਾਵਿਆਂ ਜਾਂ ਕੀਆਂ ਰਾਖਸ਼ਿਆਂ ਕੌਣ ਹੈਗਾ? ਉਹ ਕਹਿੰਦਾ ਨਹੀਂ ਮੈਂ ਤਾਂ ਬੰਦਾ ਹੀ ਆ। ਫਿਰ ਕਹਿੰਦੇ ਜਾ ਕੇ ਉਹਨੇ ਗੋਰਖਨਾਥ ਨੂੰ ਉਹਨਾਂ ਨੇ ਦੱਸਿਆ, ਤੇ ਗੋਰਖਨਾਥ ਨੇ ਕਹਿੰਦੇ ਉੱਥੇ ਗਿਆ, ਜਾ ਕੇ ਫਿਰ ਕਹਿੰਦੇ ਉਹਨੇ ਕੱਚਾ ਧਾਗਾ ਉਹਦਾ ਭਰਾਇਆ ਵਿੱਚ, ਤੇ ਕਹਿੰਦਾ ਵੀ ਜੇ ਤੂੰ ਵਾਕਿਆ ਜੋ ਕੁਛ ਕਹਿਣਾ ਉਹ ਹੈਗਾ ਤਾਂ ਤੂੰ ਕੱਚੇ ਧਾਗੇ ਦੇ ਨਾਲ ਉੱਪਰ ਚੜ ਕੇ ਆ ਸਕਦਾ। ਤੇ ਉਹ ਕਹਿੰਦੇ ਮਤਲਬ ਇਸ ਤਰ੍ਹਾਂ ਹੋਈ ਸੀ, ਪਰ ਅਸਲ ਦੇ ਵਿੱਚ ਸੀਗਾ ਕੀ ਕਿ ਗੋਰਖਨਾਥ ਨੇ ਜਦੋਂ ਉੱਥੇ ਗਿਆ ਉਹਨੇ ਉਹਨੂੰ ਸਵਾਲ ਕੀਤੇ, ਪੁੱਛਿਆ, ਉਹਦਾ ਟੈਸਟ ਲਿਆ ਸੀ ਵੀ ਹਾਂ ਜੋ ਕੁਛ ਤੂੰ ਕਹਿ ਰਿਹਾ ਤੂੰ ਉਹੀ ਹੈਗਾ ਕਿ ਨਹੀਂ ਹੈਗਾ। ਕਹਿਣ ਦਾ ਮਤਲਬ ਉਹ ਕੱਚੇ ਧਾਗੇ ਦਾ ਮਤਲਬ ਇਹ ਸੀ ਵੀ ਉਹਨੂੰ ਐਨ ਚੰਗੀ ਤਰ੍ਹਾਂ ਛਾਣਬੀਨ ਕੀਤੀ, ਪਹਿਲਾਂ ਉਹਦੀ ਸ਼ਨਾਖਤ ਕੀਤੀ ਵੀ ਹਾਂ ਜੋ ਕੁਛ ਇਹ ਕਹਿ ਰਿਹਾ ਇਹ ਉਹੀ ਹੈਗਾ ਜਾਂ ਇਹ ਕੁਛ ਹੋ ਰਿਹਾ, ਮੇਰੇ ਕੋਲ ਝੂਠ ਤੇ ਨਹੀਂ ਬੋਲਦਾ। ਸੋ ਉਹ ਇਸ ਤਰ੍ਹਾਂ ਦੀ ਗੱਲ ਸੀਗੀ। ਹੁਣ ਦੇਖੋ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਇਤਿਹਾਸ ਕਿੱਦਾਂ ਬਦਲਦਾ, ਮਰੋੜਿਆ ਤਰੋੜਿਆ ਜਾਂਦਾ। ਹੁਣ ਕੀ ਆ ਕਿ ਜੇ ਆਪਾਂ ਦੇਖੀਏ ਜਿਹੜਾ ਆਪਣੇ ਹੈਗਾ ਗੋਆ ਇੰਡੀਆ ਦੇ ਵਿੱਚ ਹੈਗਾ ਜੀ, ਤੇ ਉੱਥੇ ਸਪੈਨਿਸ਼ ਦਾ ਰੂਲ ਹਜੇ ਤੱਕ ਵੀ ਰਿਹਾ। ਹੁਣ ਉੱਥੇ ਤੁਸੀਂ ਕਹੋ ਹਜੇ ਵੀ ਮਾੜਾ ਮੋਟਾ ਹੈਗਾ, ਹਜੇ ਵੀ ਪੁਰਤਗਾਲ ਦੀ ਕਲੋਨੀ ਆ ਤੇ ਸਪੈਨਿਸ਼ ਲੋਕ ਉਹਨਾਂ ਦਾ ਹਜੇ ਤੱਕ ਵੀ ਉੱਥੇ ਉਹ ਲੋਕ ਬੋਲਦੇ ਵੀ ਸਪੈਨਿਸ਼ ਆ। ਬਿਲਕੁਲ ਆਪਣੇ ਮਿਨਿਸਟਰ ਵੀ ਇੱਕ ਦੋ ਗਵਰਨਮੈਂਟ ਦੇ ਵਿੱਚ ਵੀ ਹੈਗੇ, ਫਰਨਾਂਡੋ ਇੱਕ ਦਾ ਨਾਂ ਆ ਉਹ। ਹਾਂ ਉਹ ਇਹੀ ਲੋਕ ਉੱਥੇ ਜਾ ਕੇ ਵਸੇ ਹੋਏ ਆ। ਇਹ ਉਹਨਾਂ ਗੱਲਾਂ ਦੀਆਂ ਉਦੋਂ ਦੀਆਂ ਇਹ ਕਹਾਣੀਆਂ। ਤੇ ਉਹ ਜਿਹੜਾ ਇਹਨਾਂ ਨੇ ਆਪਣੇ ਉਹ ਸੀਗਾ ਸ਼ਿਵ ਕੁਮਾਰ ਬਟਾਲ ਵੀ, ਉਹਨੇ ਉਹ ਲੂਣਾ ਨੂੰ ਹੋਰ ਹੀ ਕਿਸੇ ਨਾਲ ਰਲਾਤਾ। ਉਹਨੇ ਲਿਖ ਦਿੱਤਾ ਜੀ ਉਹ ਲੂਣਾ ਤਾਂ ਯੰਗ ਸੀ ਤੇ ਉਹ ਪੂਰਨ ਜਿਹੜਾ ਸੀ ਉਹ ਬੁੱਢਾ ਸੀ, ਤੇ ਇਸ ਕਰਕੇ ਉਹਨਾਂ ਦਾ ਰਿਸ਼ਤਾ ਉਹ ਨਹੀਂ ਸੀ ਪੁੱਗਦਾ, ਤੇ ਇੱਥੋਂ ਉਹ ਫਿਰ ਰੌਲਾ ਪਿਆ ਉਹਨਾਂ ਦਾ। ਪਰ ਏਦਾਂ ਦੀ ਕੋਈ ਗੱਲ ਨਹੀਂ ਸੀਗੀ। ਹੁਣ ਸੋਚਣੇ ਵਾਲੀ ਗੱਲ ਖੱਖ ਸਾਹਿਬ ਇਹ ਆ ਵੀ ਉਹ ਪਹਿਲਾਂ ਤਾਂ ਰਾਜੇ ਸਲਵਾਨ ਉਹਦੇ ਸੀਗੀ ਆਪਣੇ ਰਾਜੇ ਇੰਦਰ ਦੇ, ਫਿਰ ਉਹ ਆ ਗਈ ਰਾਜੇ ਸਲਵਾਨ ਦੇ, ਤੇ ਉਹ ਮਤਲਬ ਜੇ ਆਪਾਂ ਠੇਠ ਪੰਜਾਬੀ ਚ ਕਹੀਏ ਉਹ ਜਿਹਨੂੰ ਕਹਿੰਦੇ ਹੁੰਦੇ ਆ ਪਸ਼ੂਆਂ ਦੇ ਦੰਦ ਨਹੀਂ ਹੈਗੇ ਦੇ ਇਹਦੇ ਦੋ ਨਿਕਲੇ ਇਹਦੇ, ਤੇ ਹਜੇ ਕਹਿਣਾ ਹਜੇ ਦੋਂਦੀ ਤਾਂ ਹੋਣੀ ਨੀ, ਉਹਨੇ ਵੀ ਪਹਿਲਾਂ ਵੀ। ਸੋ ਇਸ ਤਰ੍ਹਾਂ ਗੱਲਾਂ ਜਿਹੜੀਆਂ ਆ ਉਹ ਇਸ ਤਰ੍ਹਾਂ ਜਿਹੜਾ ਆਪਣਾ ਸਮਾਜ ਆ ਉਹ ਬਹੁਤ ਬਦਲ ਗਿਆ, ਵਿਗੜ ਚੁੱਕਿਆ। ਉਹਦਾ ਇਤਿਹਾਸ ਹੈ ਜਿਹੜਾ ਸਾਡਾ ਬਹੁਤ ਜ਼ਿਆਦਾ ਜਿਹੜੇ ਕਹਿੰਦੇ ਆ ਉਹ ਉਲਟ ਪਾਸੇ ਨੂੰ ਤੁਰ ਪਏ ਆ। ਸੋ ਇਹ ਗੱਲਾਂ ਜਿਹੜੀਆਂ ਸਾਰੀਆਂ ਇਸ ਤਰ੍ਹਾਂ ਦੀਆਂ। ਤੇ ਹੁਣ ਜੇ ਆਪਣੇ ਕੋ ਹੋਰ ਥੋੜਾ ਜਿਹਾ ਸਮਾਂ ਹੈਗਾ ਤੇ ਆਪਾਂ ਗੱਲ ਕਰ ਲੈਂਦੇ ਆ ਪੂਜਾ ਦੇ ਬਾਰੇ ਚ। ਪੂਜਾ ਕਿਸ ਤਰ੍ਹਾਂ ਹੁੰਦੀ ਆ? ਤੁਸੀਂ ਆਪਣਾ 2-3 ਮਿੰਟ ਹੈ, ਤੁਸੀਂ ਕੋਈ ਬਹੁਤ ਲੰਮਾ ਨਾ ਹੋਵੇ, ਫਿਰ ਛੋਟਾ ਜਿਹਾ ਕੋਈ ਕਰਨਾ ਤਾਂ ਕਰ ਲਓ, ਕੋਈ ਮਸਲਾ ਨਹੀਂ। ਪੂਜਾ ਦੀ ਗੱਲ ਆ ਜਿਹੜੀ ਜੀ, ਪੂਜਾ ਜਿਹੜਾ ਸ਼ਬਦ ਆ ਉਹ ਪੂਜਾ ਜਿਹੜੀ ਆ ਉਹ ਅਸਲ ਦੇ ਵਿੱਚ ਕੀ ਆ? ਦੇਖੋ ਹਰ ਇੱਕ ਚੀਜ਼ ਆ ਜਿਹੜੀ ਉਹ ਪਹਿਲਾਂ ਨਿੱਕੀ ਜਿਹੀ ਪੈਦਾ ਹੁੰਦੀ, ਨਿੱਕੀ ਤੋਂ ਅੱਗੇ ਹੌਲੀ ਹੌਲੀ ਉਹ ਪ੍ਰੋਗਰੈਸ ਕਰਦੀ ਹੈ, ਤਰੱਕੀ ਕਰਦੀ ਹੈ, ਛੋਟੀ ਚੀਜ਼ ਹੁੰਦੀ ਜੀ। ਪੂਜਾ ਜਿਹੜਾ ਸ਼ਬਦ ਆ ਇਹਦੇ ਅਰਥ ਇਸ ਤਰ੍ਹਾਂ ਹੁੰਦੇ ਆ ਕਿ ਪਹਿਲਾਂ ਜਦੋਂ ਆਪਾਂ ਫਰਜ਼ ਕਰਦਾ ਤੁਸੀਂ
ਕਾਰ ਲੈਣੀ ਆ, ਤੁਸੀਂ ਕਾਰ ਲੈਣੀ, ਤੁਹਾਡੇ ਦਿਮਾਗ 'ਚ ਹੈਗਾ ਮੈਂ ਕਾਰ ਖਰੀਦਣੀ ਆ। ਜਦੋਂ ਕਾਰ ਖਰੀਦਣੀ ਹੁੰਦੀ ਤੁਹਾਡੇ ਉਹ ਅੰਦਰ ਇੱਛਾ ਪ੍ਰਗਟ ਹੋ ਗਈ, ਫਿਰ ਤੁਸੀਂ ਹਰ ਜਿਹੜੀ ਕਾਰ ਲੰਘਣੀ ਉਹਨੂੰ ਦੇਖਣਾ, ਯਾਰ ਆ ਵਧੀਆ, ਉਹ ਵਧੀਆ, ਉਹ ਵਧੀਆ, ਆਸੇ ਪਾਸਿਓਂ ਦੇਖਣਾ। ਅੱਛਾ, ਹੁਣ ਪਹਿਲਾਂ ਤਾਂ ਤੁਹਾਡੇ ਅੰਦਰ ਇੱਛਾ ਪੈਦਾ ਹੋਈ ਆ ਉਹ ਚੀਜ਼ ਨੂੰ ਲੈਣ ਦੀ, ਤੇ ਦੂਸਰਾ ਫਿਰ ਤੁਸੀਂ ਕੀ ਕਰਨਾ, ਜਦੋਂ ਆਪਾਂ ਦੇਖਦੇ ਹਾਂ ਚੀਜ਼ ਨੂੰ, ਜਿਹੜੀ ਕਾਰ ਤੁਹਾਡੇ ਮਨ ਨੂੰ ਲੱਗ ਗਈ ਨਾ, ਉਦੋਂ ਤੁਸੀਂ ਇਹ ਕਹਿਣਾ ਵੀ ਨਜ਼ਰਾਨਾ ਹੋ ਗਿਆ, ਮੇਰੀ ਨਜ਼ਰ ਦੇ ਵਿੱਚ ਆ ਗਈ। ਕਹਿਣ ਦਾ ਮਤਲਬ ਮੇਰੀ ਨਜ਼ਰ ਉਸ ਕਾਰ ਦੇ ਉੱਤੇ ਟਿਕ ਗਈ, ਉਹਨੂੰ ਆਪਾਂ ਕਹਿੰਦੇ ਆ ਪੰਜਾਬੀ ਦੇ ਵਿੱਚ ਨਜ਼ਰਾਨਾ ਹੋਣਾ। ਬਿਲਕੁਲ, ਨਜ਼ਰ ਦੇ ਵਿੱਚ ਆ ਗਈ। ਅੱਛਾ, ਹੁਣ ਜਦੋਂ ਨਜ਼ਰ ਦੇ ਵਿੱਚ ਆ ਗਈ, ਫਿਰ ਅਗਲੀ ਗੱਲ ਕੀ ਆ? ਅਗਲੀ ਗੱਲ ਹੈਗੀ ਤੁਸੀਂ ਉਹਨੂੰ ਪ੍ਰਾਪਤ ਕਰਨ ਦਾ ਸੋਰਸ ਬਣਾਉਣਾ। ਉਹ ਕਾਰ ਲੈਣੀ ਕਿੱਦਾਂ, ਖਰੀਦਣੀ ਕਿੱਦਾਂ, ਉਹਦੇ ਵਾਸਤੇ ਤੁਸੀਂ ਕੰਮ ਕਰੋਗੇ, ਪੈਸੇ ਜੇ ਤੁਹਾਡੇ ਕੋਲ ਨਹੀਂ ਹੈ ਤੁਸੀਂ ਕਮਾਓਗੇ, ਉਸ ਤਰ੍ਹਾਂ ਉਹਨੂੰ ਕਹਿੰਦੇ ਆ ਅੱਗੇ ਉਹਨੂੰ ਚੀਜ਼ ਨੂੰ ਪੋਜੈਸ ਕਰਨੀ। ਅੰਗਰੇਜ਼ੀ ਆਪਾਂ ਪੋਜੈਸ ਕਹਿੰਦੇ ਆ, ਪੋਜੈਸ਼ਨ ਕਹਿ ਦਿੰਦੇ ਆ, ਤੇ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਉਹਨੂੰ ਪ੍ਰਾਪਤੀ ਕਿੱਦਾਂ ਕਰਨੀ ਆ, ਉਹ ਵੀ ਤੁਸੀਂ ਸਾਰਾ ਉਹਦੇ ਦੁਆਲੇ ਆਪਣਾ ਚਲਾਉਣਾ ਦਿਮਾਗ। ਸੋ ਪਹਿਲਾਂ ਸੀਗੀ ਤੁਹਾਡੇ ਅੰਦਰ ਖਾਸ਼, ਫਿਰ ਉਹ ਆ ਗਈ ਤੁਹਾਡੇ ਅੰਦਰ ਬਣ ਗਈ, ਉਹਨੂੰ ਨਜ਼ਰਾਨਾ ਹੋ ਗਿਆ। ਨਜ਼ਰਾਨੇ ਤੋਂ ਅੱਗੇ ਫਿਰ ਹੁਣ ਤੁਸੀਂ ਉਹਦੀ ਪ੍ਰਾਪਤੀ ਕਰਨੀ ਆ, ਉਹਦੇ ਵਾਸਤੇ ਤੁਸੀਂ ਉਹਦੀ ਪੈਸੇ ਕਮਾਉਣੇ ਆ, ਤੇ ਕਾਰ ਤੁਸੀਂ ਜਾ ਕੇ ਲੈ ਲਈ, ਜਾਣੀ ਕਿ ਕਾਰ ਲੈ ਆਂਦੀ ਕਾਰ ਜੀ। ਹੁਣ ਅਗਲੀ ਗੱਲ ਇਹ ਆ ਕਿ ਹੁਣ ਤੁਸੀਂ ਉਹ ਕਾਰ ਚਲਾਉਣੀ ਆ, ਜਦੋਂ ਜੇ ਤਾਂ ਉਹ ਕਾਰ ਜਿੱਦਾਂ ਤੁਸੀਂ ਪਹਿਲਾਂ ਆਪਣੇ ਦਿਮਾਗ ਸੋਚਦੇ ਮੈਂ ਕਾਰ ਲਊਂਗਾ, ਮੈਂ ਫਲਾਣੇ ਥਾਂ ਜਾਊਂਗਾ, ਮੈਂ ਬੀਚ ਤੇ ਜਾਇਆ ਕਰੂੰ, ਆਹ ਕਰਿਆ ਕਰੂੰ, ਆਹ ਕਰਿਆ ਕਰੂੰ, ਜੇ ਤਾਂ ਉਹ ਕਾਰ ਚੱਲਦੀ ਆ ਤੇ ਤੁਹਾਨੂੰ ਹਰ ਥਾਂ ਲੈ ਕੇ ਜਾਂਦੀ ਆ, ਫਿਰ ਉੱਥੇ ਤੁਹਾਡੇ ਕੋਲ ਦੋ ਚੋਇਸਾਂ ਹੁੰਦੀਆਂ। ਜਾਂ ਤਾਂ ਉਹ ਕਾਰ ਜੇ ਕਦੇ ਉੱਥੇ ਖੜ ਗਈ, ਕਦੇ ਉਹਦਾ ਟਾਇਰ ਪਾਟ ਗਿਆ, ਕਦੇ ਉਹਦਾ ਇੰਜਣ ਨੂੰ ਆਹ ਹੋ ਗਿਆ, ਫਿਰ ਕੀ ਆ? ਫਿਰ ਤੁਸੀਂ ਕਾਰ ਨੂੰ ਦਰਕਾਰ ਦੇਣਾ, ਜਾਣੀ ਕਿ ਉਹਨੂੰ ਕਹਿਣਾ ਵੀ ਨਹੀਂ ਇਹ ਚੰਗੀ ਨਹੀਂ ਹੈਗੀ, ਫਿਰ ਤੁਹਾਡੇ ਅੰਦਰ ਮਾਨਿਆਂ 'ਚ ਨਫ਼ਰਤ ਪੈਦਾ ਹੋ ਜਾਣੀ ਜੀ। ਅੱਛਾ, ਜੇ ਉਹ ਜਿੱਦਾਂ ਤੁਸੀਂ ਆਸ ਰੱਖੀ ਸੀ ਉਸੇ ਤਰ੍ਹਾਂ ਉਹ ਪੂਰੀ ਉਤਰਦੀ ਆ ਕਾਰ ਜੀ, ਫਿਰ ਤੁਸੀਂ ਆ ਜਿਹੜਾ ਉਹ ਕਾਰ ਦੇ ਨਾਲ ਕੀ ਆ, ਤੁਹਾਡੀ ਇੱਕ ਤਰ੍ਹਾਂ ਦੀ ਮੁਹੱਬਤ, ਜਿਹਨੂੰ ਆਪਾਂ ਕਹਿੰਦੇ ਇਸ਼ਕ, ਪ੍ਰੇਮ, ਪ੍ਰੀਤ ਪੈ ਜਾਣੀ ਜੀ। ਤੇ ਜਦੋਂ ਪ੍ਰੀਤ ਪੈਦਾ ਹੋ ਗਈ ਖਾਕ ਸਾਹਿਬ, ਪ੍ਰੀਤ ਤੋਂ ਅਗਲਾ ਜਿਹੜਾ ਸਟੈਪ ਆ ਉਹ ਇਹ ਆ ਕਿ ਉਹ ਪ੍ਰੀਤ ਆ ਜਿਹੜੀ, ਉਹ ਇਸ਼ਕ ਆ, ਪ੍ਰੇਮ ਆ ਜਿਹੜਾ, ਜਦੋਂ ਤੁਸੀਂ ਉੱਥੇ ਪਹੁੰਚ ਜਾਂਦੇ ਆ ਨਾ, ਜਿਹਨੂੰ ਇਸ਼ਕ ਜਾਂ ਪ੍ਰੇਮ ਕਹਿੰਦੇ ਆ ਜੀ, ਜਦੋਂ ਉਸ ਸਟੇਜ ਤੇ ਪਹੁੰਚ ਜਾਂਦਾ ਬੰਦਾ, ਉਹ ਫਿਰ ਵਾਪਸ ਨਹੀਂ ਆ ਸਕਦਾ। ਉਹਨੇ ਅੱਗੇ ਹੀ ਤੁਰਿਆ ਜਾਣਾ। ਉਸ ਸਟੇਜ ਤੇ ਜਾ ਕੇ ਕੀ ਹੁੰਦਾ ਕਿ ਉਹ ਜਿਹੜਾ ਇਨਸਾਨ ਆ, ਉਹ ਉਸ ਚੀਜ਼ ਦੇ ਜਿਹੜੇ ਔਗਣ ਆ ਉਹ ਦੇਖਣੋਂ ਹਟ ਜਾਂਦਾ ਜੀ, ਉਹਦੇ ਔਗਣ ਨਹੀਂ ਦੇਖਦਾ। ਜਦੋਂ ਇਸ਼ਕ ਹੋ ਜਾਂਦਾ ਉਹ ਚੀਜ਼ ਦੇ ਔਗਣ ਨਹੀਂ ਦੇਖਦਾ, ਉਹ ਔਗਣ ਆ ਜਿਹੜੇ ਉਹ ਵੀ ਗੁਣ ਹੋ ਕੇ ਦੱਸਦੇ ਉਹਨੂੰ। ਸਹੀ। ਸੋ ਜਦੋਂ ਇਸ ਸਟੇਜ ਤੇ ਪਹੁੰਚ ਜਾਂਦਾ ਉਹਨੂੰ ਆਪਾਂ ਕਹਿੰਦੇ ਆ ਪੂਜਾ। ਬਿਲਕੁਲ। ਸੋ ਇਹ ਸੀਗੀ ਪੂਜਾ ਦੀ ਕਹਾਣੀ ਜੀ। ਸੋ ਇਹ ਜਿਹੜੀਆਂ ਆਪਾਂ ਪੂਜਾ ਹੁਣ ਕਰਦੇ ਆ, ਇਹ ਵੀ ਉਸੇ ਤਰ੍ਹਾਂ ਹਨੇਰੇ 'ਚ ਜਦੋਂ ਬੰਦੇ ਇਹ ਜਿਹੜੇ ਹੁਣ ਪੂਜਾ ਕਰੀ ਜਾਂਦੇ ਆ, ਮੈਨੂੰ ਉੱਥੋਂ ਸ਼ਹੀਦਾਂ ਦੇ ਮੈਂ ਮੱਥਾ ਟੇਕ ਦਿੰਦਾ, ਉੱਥੇ ਟੇਕ ਦਿੰਦਾ, ਤੇ ਉੱਥੋਂ ਮੈਨੂੰ ਇਹ ਉਹੀ ਹਨੇਰਾ ਆ, ਉਹੀ ਹਨੇਰਾ। ਬਿਲਕੁਲ। ਤੇ ਇਹਦੇ ਚੋਂ ਆਪਾਂ ਨੂੰ ਨਿਕਲਣਾ ਪਊਗਾ। ਇਹਨਾਂ ਚੀਜ਼ਾਂ ਦੀ ਹਨੇਰੇ 'ਚ ਪੂਜਾ ਨਾ ਕਰੀਏ, ਪੂਜਾ ਕਰੀਏ, ਵਿਦਿਆ ਦੀ ਪੂਜਾ ਕਰੋ, ਸੱਚ ਦੀ ਪੂਜਾ ਕਰੋ, ਇਹਨਾਂ ਚੀਜ਼ਾਂ ਦੀ ਪੂਜਾ ਕਰੋ, ਤਾਂ ਕਿ ਜਿਹੜਾ ਸਾਡਾ ਸਮਾਜ ਹੈਗਾ ਉਹ ਮੁੜ ਕੇ ਫੇਰ ਤਰੱਕੀ ਕਰ ਸਕੇ। ਮੇਰਾ ਖਿਆਲ ਹੈ ਵੀ ਟਾਈਮ ਵੀ ਆਪਣਾ ਹੋ ਗਿਆ ਜੀ, ਤੇ ਗਾਹਾਂ ਵਾਲਾ ਜੇ ਆਪਾਂ ਕੋਈ ਤੋਰਨਾ ਤੇ ਫਿਰ ਉਹ ਲੰਮੀ ਹੋ ਜਾਣੀ ਗੱਲ। ਤੇ ਆਪਾਂ ਜਿਹੜੇ ਹੈਗੇ ਆ ਸਾਡੇ ਵੀਰ ਸੁਣੇ ਆ, ਉਹ ਇਹ ਜਿਹੜਾ ਪ੍ਰੋਗਰਾਮ ਹੈਗਾ ਇਹਨੂੰ ਜਿੱਦਾਂ ਹਮੇਸ਼ਾ ਆਪਾਂ ਕਹੀਦਾ ਵੀ ਉਹ ਇਹਨੂੰ ਅੱਗੇ ਵਧਾਉਣ, ਤਾਂ ਕਿ ਜਿਹੜੀ ਆ ਜਨਤਾ ਉਹ ਜਾਗੇ ਤੇ ਸਾਡਾ ਜਿਹੜਾ ਸਮਾਜ ਆ ਉਹ ਤਰੱਕੀ ਕਰੇ। ਆਪਾਂ ਦੇਖੋ ਕਿੰਨੀਆਂ ਗੱਲਾਂ ਆਪਾਂ ਕਰ ਦਿੱਤੀਆਂ। ਆਪਾਂ ਪ੍ਰਮਾਤਮਾ ਬਾਰੇ ਵੀ ਗੱਲ ਕੀਤੀ ਸੀ, ਉਹ ਕਿੱਥੇ ਰਹਿੰਦਾ। ਅੱਜ ਈਸ਼ਵਰ ਬਾਰੇ ਵੀ ਗੱਲ ਕਰ ਲਈ, ਉਹ ਕਿੱਥੇ ਰਹਿੰਦਾ। ਤੇ ਆਪਾਂ ਹੋਰ ਬਹੁਤ ਗੱਲਾਂ ਕੀਤੀਆਂ, ਧਰਮ ਕੀ ਹੁੰਦਾ। ਇਹ ਜਿਹੜਾ ਆ ਇਹ ਮੇਰਾ ਮਕਸਦ ਹੈ, ਜਿਹੜਾ ਖਾਕ ਸਾਹਿਬ ਤੁਹਾਡਾ ਵੀ ਇਹੀ ਆ ਮਕਸਦ, ਸਾਡਾ ਇੱਕੋ ਹੀ ਆ ਕਿ ਲੋਕਾਂ ਨੂੰ ਹਨੇਰੇ ਚੋਂ ਕੱਢੀਏ ਤੇ ਉਹ ਉੱਠ ਕੇ ਪੜ੍ਹਨ, ਲਿਖਣ, ਤਰੱਕੀ ਕਰਨ, ਐਕਸਰਸਾਈਜ਼ਾਂ ਵਰਜਿਸ਼ ਕਰਨ, ਤਾਂ ਕਿ ਉਹ ਕੰਮ ਜੋਗੇ ਹੋਣ, ਉਹ ਪੜ੍ਹਾਈ ਜੋਗੇ ਹੋਣ, ਉਹ ਜਿਹੜੇ ਲੋਕ ਆ ਉਹ ਤਰੱਕੀ ਕਰਨ। ਮਕਸਦ ਇਹੀ ਆ। ਵਹਿਮਾਂ ਭਰਮਾਂ 'ਚ ਲੋਕ ਨਿਕਲਣਾ, ਵਹਿਮਾਂ ਭਰਮਾਂ 'ਚ ਜਿਹੜੇ ਲੋਕ ਪਏ ਆ, ਉਹ ਪੁਰਾਣੀਆਂ ਗੱਲਾਂ ਉਹਨੂੰ ਗਾਂ ਤੋਂ ਪੀੜ੍ਹੀ ਦਰ ਪੀੜ੍ਹੀ ਉਹੀ ਬੱਚਿਆਂ ਨੂੰ ਸਿਖਾਈ ਜਾ ਰਿਹਾ। ਇੱਦਾਂ ਹੁੰਦਾ ਸੀ। ਆਪਾਂ ਥੋੜ੍ਹਾ ਜਿਹਾ ਤੁਹਾਡੀ ਇਹ ਗੱਲ ਸਹੀ ਹੈ ਕਿ ਕੁਝ ਬੁੱਕਾਂ ਪੜ੍ਹੋ ਐਸੀਆਂ ਜਿਹਨਾਂ ਤੋਂ ਸਾਨੂੰ ਚਾਨਣ ਮਿਲ ਸਕੇ, ਜਾਂ ਅਸੀਂ ਜੋ ਪ੍ਰੋਗਰਾਮ ਕਰਦੇ ਹਾਂ ਹਮੇਸ਼ਾ, ਮੈਂ ਆਪਣਾ ਲਾਲ ਸਿੰਘ ਹੋਣਾ ਦੇ ਨਾਲ, ਉਹਨਾਂ ਕੋਲ ਨੌਲੇਜ ਹੈ, ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਪਹੁੰਚਾਇਆ ਜਾਵੇ। ਔਰ ਇਹਦੇ 'ਤੇ ਗੌਰ ਕਰੋ ਸਰੋਤਿਓ, ਤਾਂ ਕਿ ਆਪਾਂ ਆਪਣੇ ਬੱਚਿਆਂ ਤੱਕ ਵੀ, ਨਵੀਂ ਜਨਰੇਸ਼ਨ ਨੂੰ ਵੀ ਆਪਾਂ ਸੱਚੀਆਂ ਗੱਲਾਂ ਜੋ ਅਸਲੀਅਤ ਆ ਉਹਦੇ ਬਾਰੇ ਜਾਣਕਾਰੀ ਦਿੰਦੇ ਰਹੀਏ। ਅਤੇ ਦੋਸਤੋ ਬਾਕੀ ਇਹ ਹੈ ਕਿ ਇਸ ਪ੍ਰੋਗਰਾਮ ਨੂੰ ਤੁਸੀਂ ਗਾਂਹ ਤੋਂ ਗਾਂਹ ਸ਼ੇਅਰ ਕਰਦਿਆ ਕਰੋ, ਤਾਂ ਕਿ ਇਹ ਹਰ ਬੰਦੇ ਤੱਕ ਜਦੋਂ ਜਿੱਥੇ ਤੱਕ ਵੀ ਪਹੁੰਚੇ
ਤਾਂ ਕਿ ਇਹਨੂੰ ਸੁਣ ਕੇ ਸਾਡੇ ਵੱਲੋਂ ਇੱਕ ਤਿਲ ਫੁੱਲ ਜੀ ਛੋਟੀ ਜੀ ਜੋ ਵੀ ਕੋਸ਼ਿਸ਼ ਆ ਉਹ ਕਿਤੇ ਨਾ ਕਿਤੇ ਇੱਕ ਦੋ ਬੰਦਿਆਂ ਤੱਕ ਵੀ ਕਾਮਯਾਬ ਹੋਊਗੀ। ਅਸੀਂ ਸਮਝਾਂਗੇ ਅਸੀਂ ਬਹੁਤ ਵੱਡਾ ਕੰਮ ਕਰ ਰਹੇ। ਬੜੀ ਮਿਹਰਬਾਨੀ ਲਾਲ ਸਿੰਘ ਜੀ, ਬਹੁਤ ਵਧੀਆ ਤੁਸੀਂ ਚੀਮਾ ਕਿਹਾ, ਸਾਹਿਬ ਬਹੁਤ ਵਧੀਆ ਸ਼ਬਦ ਵਰਤੇ ਆ। ਇਹ ਜਿਹੜੀ ਜਨਤਾ ਹੈ ਇਹਨੂੰ ਜਗਾਈਏ, ਇਹ ਜਾਗਣ, ਅੱਗੇ ਤੋਂ ਅੱਗੇ ਜਿਹੜਾ ਗਿਆਨ ਆ ਉਹ ਵਧੇ ਤਾਂ ਕਿ ਸਾਡਾ ਸਮਾਜ ਹੈ ਜਿਹੜਾ ਤਰੱਕੀ ਕਰ ਸਕੇ। ਮੈਂ ਇੱਕ ਵਾਰੀ ਫੇਰ ਤੁਹਾਡਾ ਤੇ ਸਾਰੇ ਸਰੋਤੇ ਜਿਹੜੇ ਸੁਣਦੇ ਆ ਉਹਨਾਂ ਦਾ ਬਹੁਤ ਧੰਨਵਾਦ ਕਰਦਾ, ਤੇ ਮਨਮੋਹਨ ਸਿੰਘ ਪੂਨੀ ਦਾ ਵੀ ਬਹੁਤ ਧੰਨਵਾਦ ਆ ਜਿਨ੍ਹਾਂ ਦੇ ਰਾਹੀਂ ਜਰੀਏ ਰਾਹੀਂ ਆਪਾਂ ਜੁੜੇ ਆ ਤੇ ਆਪਾਂ ਅੱਗੇ ਜਿਹੜੀ ਪਬਲਿਕ ਆ ਜਾਂ ਪਰਜਾ ਆ ਉਹਦੇ ਨਾਲ ਜੁੜੇ ਆ। ਤੁਹਾਡਾ ਬਹੁਤ ਧੰਨਵਾਦ ਦੁਬਾਰਾ ਫੇਰ ਇੱਕ ਵਾਰੀ, ਤੇ ਅਗਲੇ ਪ੍ਰੋਗਰਾਮ ਤੇ ਫੇਰ ਆਪਾਂ ਮਿਲਾਂਗੇ। ਬੜੀ ਮਿਹਰਬਾਨੀ ਹੈ ਚੀਮਾ ਸਾਹਿਬ, ਬਹੁਤ ਸ਼ੁਕਰੀਆ। ਜਦੋਂ ਆਵਾਜ਼ ਦੇਈ ਦੀ ਤੁਸੀਂ ਇਹਦਾ ਆਪਾਂ ਹੁਣ 2-4 ਦਿਨ ਆਪਾਂ ਨੂੰ ਕਰਨੇ ਪੈਣੇ ਆ ਜੀ ਪ੍ਰੋਗਰਾਮ ਰੋਜ਼। ਕੋਈ ਗੱਲ ਨਹੀਂ। ਰੀਜ਼ਿੰਗ ਸੋਚ ਸਾਹਿਬ ਹੋਣੀ ਵਕੇਸ਼ਨ ਤੇ ਛੁੱਟੀ ਲੈ ਕੇ ਚਲੇ ਗਏ ਤੇ ਹੁਣ ਫਿਰ ਇਹ ਆਪਾਂ ਨੂੰ ਜਦੋਂ ਵੀ ਟਾਈਮ ਮਿਲੇ, ਕੋਈ ਗੱਲ ਨਹੀਂ, ਜਦੋਂ ਤੁਹਾਡੇ ਕੋਲ ਟਾਈਮ ਹੋਵੇ ਆਪਾਂ ਕਰ ਲਿਆ ਕਰਾਂਗੇ, ਨਾ ਤਾਂ ਆਪਾਂ ਕੋਈ ਨਾ ਕੋਈ ਹੋਰ ਫਿਰ ਹੀਲਾ ਕਰਨਾ, ਕੋਈ ਐਸੀ ਬਾਤ ਕਰ ਲਈ। ਬੜੀ ਮਿਹਰਬਾਨੀ। ਥੈਂਕ ਯੂ। ਹਾਂਜੀ, ਟੇਕ ਕੇਅਰ। ਓਕੇ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਦੋਸਤੋ। ਸਨ ਲਾਲ ਸਿੰਘ ਚੀਮਾ ਹੁਣਾਂ ਦੇ ਕੋਲ ਆਪਾਂ ਖੂਬ ਵਧੀਆ ਜਾਣਕਾਰੀਆਂ ਹਾਸਲ ਕਰ ਰਹੇ ਹਾਂ। ਦੇਖੋ, ਅਸੀਂ ਜਿਸ ਚੱਕਰ ਦੇ ਵਿੱਚ ਫਸੇ ਹੋਏ ਹਾਂ ਉਹ ਚੱਕਰ ਹੁਣ ਸਾਡੇ ਕੋਲ ਕਈ ਕੁਛ ਪੁਰਾਣੀਆਂ ਉਦਾਹਰਨਾਂ ਹੈ ਜਿਹਦੇ ਵਿੱਚ ਵਹਿਮਾਂ ਭਰਮਾਂ ਦੇ ਵਿੱਚ ਲੋਕਾਂ ਨੂੰ ਪਾਇਆ ਜਾਂਦਾ ਸੀ। ਉਹਨਾਂ ਵਹਿਮਾਂ ਭਰਮਾਂ 'ਚੋਂ ਨਿਕਲਣ ਦੀ ਲੋੜ ਆ। ਅਸੀਂ ਹਜੇ ਵੀ ਉਹਨਾਂ ਵਹਿਮਾਂ ਭਰਮਾਂ 'ਚ ਫਸੇ ਹਾਂ। ਛੋਟੇ ਛੋਟੇ ਵਹਿਮ ਸਾਡੇ ਮਨਾਂ ਦੇ ਵਿੱਚ ਪਾਏ ਆ, ਬਿੱਲੀ ਲੰਘ ਗਈ ਤੇ ਇਹ ਹੋ ਗਿਆ ਤੇ ਇੱਦਾਂ ਹੋ ਜਾਏਗਾ। ਮਤਲਬ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਸੋਚਣ ਦੀ ਲੋੜ ਹੈ। ਪਰਮਾਤਮਾ ਨੇ ਜਿਹਨੂੰ ਵੀ ਭੇਜਿਆ ਹੈ ਥੱਲੇ ਧਰਤੀ ਦੇ ਉੱਪਰ, ਚਾਹੇ ਜੀਵ ਜੰਤ ਹੈ, ਕੁਛ ਵੀ ਹੈਗਾ, ਉਹਨਾਂ ਦਾ ਵੀ ਇੱਕ ਆਪਣਾ ਰੋਲ ਹੈ। ਹੁਣ ਆਪਾਂ ਰੌਲਾ ਪਾ ਰਹੇ ਸੀ ਇਹ ਜਿਹੜਾ ਮੱਤੇਵਾੜਾ ਦਾ ਜੰਗਲ ਹੈ ਉਹਦੇ ਵਿੱਚ ਉਹਨੂੰ ਉਜਾੜਿਆ ਜਾ ਰਿਹਾ। ਦੇਖੋ ਉਹਦੇ ਵਿੱਚ ਵੀ ਜੀਵ, ਕਿੰਨਾ ਜੀਵ ਉਹਦੇ ਵਿੱਚ ਰਹਿੰਦਾ ਹੈ। ਛੋਟੇ ਛੋਟਿਆਂ ਦਾ ਉਹ ਘਰ ਵਾ, ਉਹ ਉੱਥੇ ਦਰਖਤਾਂ ਦੇ ਉੱਪਰ ਆਲਣੇ ਬਣਾ ਕੇ ਚਿੜੀਆਂ, ਹੋਰ ਬੜਾ ਹਰ ਇੱਕ ਤਰ੍ਹਾਂ ਦੇ ਜਿਹੜੇ ਇਹ ਬਰਡ ਆ ਉਹਨਾਂ ਦੇ ਵਿੱਚ ਰਹਿੰਦੇ ਆ, ਜਾਨਵਰ ਰਹਿੰਦੇ ਆ। ਉਹਨਾਂ ਨੂੰ ਵੀ ਜੇ ਅਸੀਂ ਮਾਰ ਦਈਏ, ਉਹਨਾਂ ਨੂੰ ਉੱਥੋਂ ਭਜਾ ਦਈਏ, ਜਾਣਗੇ ਕਿੱਥੇ ਉਹ ਫਿਰ ਲੋਕੀ ਸ਼ਿਕਾਰ ਕਰਨਗੇ ਜਾਂ ਫਿਰ ਉਹ ਤੜਫ ਕੇ ਮਰ ਜਾਣਗੇ। ਇਹਨਾਂ ਦਾ ਵੀ ਇਸ ਵਾਇਰਮੈਂਟ ਦੇ ਵਿੱਚ ਹਿੱਸਾ ਵਾ। ਇਹਨਾਂ ਦੀ ਵੀ ਇਹ ਦੁਨੀਆਦਾਰੀ ਹੈ ਤੇ ਇਹਨਾਂ ਨੂੰ ਵੀ ਬਚਾਉਣਾ ਆਪਣਾ ਹੀ ਫਰਜ਼ ਹੈ। ਤੇ ਇਸ ਲਈ ਆਪਾਂ ਇਹਨਾਂ ਚੀਜ਼ਾਂ ਬਾਰੇ ਥੋੜ੍ਹਾ ਬਹੁਤਾ ਗੌਰ ਕਰੀਏ ਤੇ ਇਹਨਾਂ ਚੀਜ਼ਾਂ ਤੋਂ ਨਿਆਤ ਮਿਲੇ। ਜਿਹੜੇ ਇਹ ਲੋਕ ਜੰਗਲ ਵੱਢੀ ਜਾਂਦੇ ਆ, ਉਹਨਾਂ ਦੇ ਦਰਖਤ ਵੱਢ ਕੇ ਆਪਣੇ ਢਿੱਡ ਭਰ ਰਹੇ ਆ 500 ਰੁਪਏ ਦਾ ਪਰ ਕਮਿਸ਼ਨ, ਜਾਂ ਜੋ ਕੁਛ ਵੀ ਇੱਥੇ ਹੋਇਆ ਜਾਂ ਹੁੰਦਾ ਜਾਂ ਗਾਂਹ ਵੀ ਹੁੰਦਾ ਰਹਿਣਾ, ਉਹਦੇ ਲਈ ਸਾਨੂੰ ਸਾਰਿਆਂ ਨੂੰ ਹੀ ਜਾਗਰਤ ਹੋਣਾ ਪੈਣਾ। ਇਕੱਲੀ ਪੁਲਿਸ ਦਾ ਜਾਂ ਇਕੱਲੀ ਗੌਰਮੈਂਟ ਦਾ ਕੰਮ ਨਹੀਂ ਹੈ। ਇਹਦੇ ਲਈ ਸਾਨੂੰ ਸਾਰਿਆਂ ਨੂੰ ਜਾਗਰਤ ਹੋਣਾ ਪੈਣਾ। ਪਿੰਡਾਂ ਦੇ ਵਿੱਚ ਜੋ ਵੀ ਕੋਈ ਡਰੱਗ ਵੇਚਦਾ ਹੈ ਉਹਦਾ ਆਮ ਪਿੰਡ ਦੇ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਕਿਹੜਾ ਘਰ ਵਾ ਜਿੱਥੋਂ ਇਹ ਮੁੰਡੇ ਜਾਂਦੇ ਆ, ਲੈ ਕੇ ਆਉਂਦੇ ਆ, ਪਰ ਅਸੀਂ ਡਰਦੇ ਬੋਲਦੇ ਨਹੀਂ ਹੈ, ਇਸ ਲਈ ਕਿ ਅਸੀਂ ਕੀ ਲੈਣਾ, ਸਾਡਾ ਐਵੇਂ ਪੰਗਾ ਖੜਾ ਹੋ ਜਾਊਗਾ, ਕੱਲ੍ਹ ਨੂੰ ਲੜਾਈਆਂ ਝਗੜੇ ਹੋਣਗੇ। ਅਸੀਂ ਪੰਜਾਬੀ ਹਾਂ, ਸਾਨੂੰ ਜਾਗਰਤ ਹੋਵੋ, ਖੜੇ ਹੋਵੋ, 10 ਬੰਦੇ ਹੋਰ ਇਕੱਠੇ ਕਰੋ, ਉਹਨਾਂ ਦੇ ਅਗੇਂਸਟ ਜੰਗ ਲੜਨ ਦੀ ਲੋੜ ਹੈ, ਲੜਾਈ ਲੜਨ ਦੀ ਲੋੜ ਆ। ਅਸੀਂ ਤੇ ਪੰਜਾਬੀ ਤੇ ਬਹੁਤ ਬਹਾਦਰ ਕੌਮ ਆ। ਤੁਸੀਂ ਦੇਖੇ ਹਿਸਟਰੀ ਫੋਲ ਕੇ ਦੇਖੋ ਕਿੱਥੇ ਤੱਕ ਸਾਡੀ ਹਿਸਟਰੀ ਕਿੱਥੇ ਕੀ ਕਹਿੰਦੀ ਹੈ। ਮੌਤ ਦੀ ਕਿਸ ਨੇ ਪਰਵਾਹ ਕੀਤੀ। ਜੇ ਅਸੀਂ ਪਹਿਲਾਂ ਹੀ ਜਾਗੇ ਹੁੰਦੇ ਨਾ ਤੇ ਇਹ ਕੁਛ ਹੋਣਾ ਨਹੀਂ। ਉਹਦੇ ਵਿੱਚ ਠੀਕ ਹੈ, ਉਹਦੇ ਵਿੱਚ ਜਿਹੜੀ ਹੈ ਉਸ ਵੇਲੇ ਪੁਲਿਸ ਸੀ ਜਾਂ ਉਸ ਵੇਲੇ ਗੌਰਮੈਂਟ ਸੀ ਜਾਂ ਹੁਣ ਵੀ ਆ ਜੋ ਉਹਨਾਂ ਨੂੰ ਕਵਰ ਕਰਦੇ ਆ, ਫੜਾਏ ਜਾਂਦੇ ਆ। ਲੋਕਾਂ ਨੇ ਮਤਲਬ 4, 5, 10 ਬੰਦੇ ਰਲ ਕੇ ਉਹ ਬੰਦਾ ਫੜਾਉਂਦੇ ਆ ਕਿ ਸਾਡੇ ਪਿੰਡ ਦੇ ਵਿੱਚ ਡਰੱਗ ਵੇਚਦਾ। ਉਹ ਹਜੇ ਘਰ ਨਹੀਂ ਪਹੁੰਚੇ ਹੁੰਦੇ ਤੇ ਉਹ ਬੰਦਾ ਆਪਣੇ ਘਰ ਫੇਰ ਸੁੱਤਾ ਹੁੰਦਾ। ਇਹ ਚੀਜ਼ਾਂ ਨੇ ਜਿਹੜਾ ਨਾ ਉਹ ਦਿੱਤਾ ਲੋਕਾਂ ਨੂੰ, ਕੋਸ਼ਿਸ਼ ਕੀਤੀ ਕਿ ਇਹ ਚੀਜ਼ ਨਾ ਹੋਵੇ। ਪਰ ਇਹ ਹੈ ਕਿ ਜਦੋਂ ਤੱਕ ਉੱਪਰੋਂ ਸਫਾਈ ਨਹੀਂ ਹੁੰਦੀ, ਉੱਪਰੋਂ ਜਿਹੜੇ ਕਰਪਟ ਲੋਕ ਆ ਉਹ ਨਹੀਂ ਫੜੇ ਜਾਂਦੇ, ਉਹਨਾਂ ਤੱਕ ਹੱਥ ਨਹੀਂ ਪਹੁੰਚਦੇ ਸਰਕਾਰ ਦੇ, ਉਦੋਂ ਤੱਕ ਇਹ ਚੱਲਦਾ ਰਹਿਣਾ। ਕਿਉਂਕਿ ਸਰਕਾਰ ਦੇ ਹੱਥ ਲੰਮੇ ਹੁੰਦੇ ਆ, ਸਰਕਾਰ ਚਾਹਵੇ ਕਾਨੂੰਨ ਦੇ ਹੱਥ ਲੰਮੇ ਹੁੰਦੇ ਆ, ਚਾਹਵੇ ਤੇ ਇਹ ਚੀਜ਼ਾਂ ਖਤਮ ਹੋ ਸਕਦੀਆਂ, ਪਰ ਇਹਨੂੰ ਕਿਸੇ ਨੇ ਅੱਜ ਤੱਕ ਕੋਸ਼ਿਸ਼ ਹੀ ਨਹੀਂ ਕੀਤੀ ਕਿ ਇਹਨਾਂ ਚੀਜ਼ਾਂ ਨੂੰ ਖਤਮ ਕੀਤਾ ਜਾਵੇ। 2 ਫੜੇ 10 ਹੋਰ ਆ ਗਏ, ਐਡੇ ਵੱਡੇ ਡਰੱਗ ਫੜੇ ਗਏ,
ਕੁਆਂਟਲਾਂ ਦੇ ਹਿਸਾਬ ਨਾਲ, ਕਿਲੋਆਂ ਦੇ ਹਿਸਾਬ ਨਾਲ, ਤੋਂ ਕਿੱਥੇ ਕਿਹੜੇ ਤਰੀਕੇ ਨਾਲ ਇੱਥੇ ਆ ਜਾਂਦੇ ਆ। ਚੱਕਰ ਇਹ ਹੈ ਕਿ ਥੋੜ੍ਹਾ ਬਹੁਤਾ ਤੇ ਚੱਲਦਾ ਚੋਰੀ ਛੁਪੇ, ਪਰ ਇਹ ਹੈ ਕਿ ਸ਼ਰੇਆਮ ਪਿੰਡਾਂ ਦੇ ਵਿੱਚ ਕੁਝ ਐਸੇ ਘਰ ਹੁੰਦੇ ਆ, 2-4 ਘਰ ਜਿੱਥੇ ਇਹ ਕੰਮ ਹੁੰਦਾ ਹੈ, ਵਿਕਦਾ ਹੈ, ਪਰ ਇਹ ਹੈ ਕਿ ਲੋਕੀ ਲਾਗੋਂ ਦੀ ਚੁੱਪ ਕਰਕੇ ਲੰਘ ਜਾਂਦੇ ਕਿ ਮੈਂ ਕੀ ਲੈਣਾ। ਸੇਮ ਥਿੰਗ, ਕਿਸੇ ਦਾ ਐਕਸੀਡੈਂਟ ਹੋ ਜਾਏ, ਲੋਕੀ ਬੈਠੇ ਮੂਵੀਆਂ ਬਣਾ ਰਹੇ ਹੁੰਦੇ ਖੜੇ ਹੋ ਕੇ, ਉਹਦੇ ਵੱਲ ਦੇਖੋ ਸਾਈਕਲ ਡਿੱਗਾ, ਦੇਖੋ ਬੰਦਾ ਮਰ ਚੱਲਿਆ, ਬੰਦੇ ਨੂੰ ਆਏ ਹੋ ਗਿਆ। ਉਹ ਯਾਰ ਫਸਟ ਏਡ ਦਾ ਕੰਮ ਹੁੰਦਾ ਪਹਿਲਾਂ ਜ਼ਿੰਦਗੀ ਦੇ ਵਿੱਚ, ਰਿਸਕ ਲੈ ਲਓ। ਹੁਣ ਉਹ ਜ਼ਮਾਨਾ ਗਿਆ ਜਦੋਂ ਪਹਿਲਾਂ ਪੁਲਿਸ ਵਾਲੇ ਤੁਹਾਡੇ 'ਤੇ ਕੇਸ ਪਾ ਦਿੰਦੇ, ਹੁਣ ਡਿਫਰੈਂਸ ਹੋ ਗਿਆ। ਲੋਕੀ 4 ਬੰਦੇ ਗਵਾਹ ਵੀ ਖੜੇ ਹੁੰਦੇ ਆ ਕਿ ਨਹੀਂ ਇਸ ਮੁੰਡੇ ਨੇ ਇਸ ਬੰਦੇ ਦੀ ਜਾਨ ਬਚਾਈ ਆ। ਪਰ ਇਹ ਕੰਮ ਸਾਨੂੰ ਹੁਣ ਕਰਨੇ ਪੈਣੇ ਆ, ਆਪ ਜਾਗਰਤ ਹੋਣਾ ਪੈਣਾ ਸਾਰੇ ਸਾਡੇ ਵੀਰ ਭੈਣਾਂ ਭਰਾਵਾਂ ਨੂੰ, ਔਰ ਜਾਗਰਤੀ ਲਿਆ ਕੇ ਆਪਾਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਆਪਣੇ ਮਾਸ਼ਰੇ ਨੂੰ, ਆਪਣੇ ਲੋਕਾਂ ਨੂੰ, ਆਪਣੀ ਧਰਤੀ ਨੂੰ, ਆਪਣੇ ਹਰ ਚੀਜ਼ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ। ਪਾਣੀ ਦੇ ਹੱਲ ਲਈ ਵੀ ਆਪਾਂ ਆਪ ਹੀ ਕੋਸ਼ਿਸ਼ਾਂ ਕਰੀਏ, ਵਾਧੂ ਪਾਣੀ ਨਾ ਲਾਇਆ ਜਾਵੇ। ਟੈਂਕੀਆਂ ਜਦੋਂ ਘਰਾਂ ਦੀਆਂ ਭਰਦੀਆਂ ਤੇ ਉਹਦੇ ਲਈ ਸਿਸਟਮ ਹੋਵੇ, ਜਾਂ ਬਾਹਰ ਬੈਠੋ, ਜਾਂ ਕੋਈ ਇੱਕ ਪਾਣੀ ਉੱਪਰੋਂ ਜੀ ਜਦੋਂ ਡੁੱਲਦਾ ਨਾ ਵੱਡਾ ਸਾਰਾ ਤੇ ਸਾਰੇ ਚੱਕੜ ਉਹਦਾ, ਤੇ ਫੇਰ ਕੋਈ ਕਾਲ ਕਰਦਾ ਉਹ ਤੁਹਾਡੀ ਟੈਂਕੀ 'ਚ ਪਾਣੀ ਭਰ ਗਿਆ। ਮਤਲਬ ਇਹ ਚੀਜ਼ਾਂ ਨਿੱਕੀਆਂ ਖਿਆਲ ਰੱਖਣ ਦੀ ਲੋੜ ਆ ਸਾਨੂੰ ਸਾਰਿਆਂ ਨੂੰ, ਕਿਉਂਕਿ ਪਾਣੀ ਤੋਂ ਬਗੈਰ ਲਾਈਫ ਬਹੁਤ ਮਾੜੀ ਹੋਣੀ ਆ। ਜਦੋਂ ਤੁਹਾਡੇ ਪਾਣੀ ਮੁੱਕ ਗਏ, ਜਿੱਦਾਂ ਦੇ ਹੋਕਾ ਆ ਰਿਹਾ ਨਾ ਕਿ 10-15 ਸਾਲ 20 ਸਾਲ ਰਹਿ ਗਏ ਆ ਪਾਣੀ ਲਈ, ਉਸ ਤੋਂ ਬਾਅਦ ਕੀ ਕਰਾਂਗੇ ਆਪਾਂ ਕਿਉਂ ਨਹੀਂ ਹੁਣ ਤੋਂ ਹੀ ਥੋੜਾ ਸੋਚਣਾ ਚਾਲੂ ਕਰੀਏ। ਛੱਪੜ ਹੁੰਦੇ ਸੀ ਪਿੰਡਾਂ ਦੇ ਵਿੱਚ, ਕੋਈ ਏਡਾ ਗੰਦਾ ਪਾਣੀ ਨਹੀਂ ਸੀ ਹੁੰਦਾ, ਉਹਦੇ ਵਿੱਚ ਹੀ ਸਾਰੇ ਨਹਾਉਂਦੇ ਸੀ, ਉਹਦੇ ਵਿੱਚ ਹੀ ਡੰਗਰ ਨਹਾਉਂਦੇ ਸੀ। ਉਹ ਪਾਣੀ ਜਿਹੜਾ ਟ੍ਰੀਟਮੈਂਟ ਹੋ ਕੇ ਪਾਣੀ ਸਾਫ਼ ਥੱਲੇ ਚਲੇ ਜਾਂਦਾ ਸੀ। ਅਸੀਂ ਉਹ ਛੱਪੜ ਵੀ ਗਵਾ ਲਏ, ਗੰਦ ਜ਼ਿਆਦਾ ਪਾ ਲਿਆ ਹੈ। ਸਾਨੂੰ ਹੁਣ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਹੈ ਦੋਸਤੋ। ਤੇ ਆਪਾਂ ਫੇਸਬੁੱਕ ਦਾ ਪ੍ਰੋਗਰਾਮ ਅੱਜ ਇੱਥੇ ਹੀ ਖ਼ਤਮ ਕਰਦੇ ਹਾਂ। ਕੱਲ੍ਹ ਨੂੰ ਫਿਰ ਨਵੇਂ ਵਿਸ਼ੇ ਦੇ ਨਾਲ ਜਿਹੜਾ ਹੈਗਾ ਆਪਾਂ ਪ੍ਰੋਗਰਾਮ ਤੁਹਾਡੇ ਨਾਲ ਰੂਬਰੂ ਕਰਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਤੇ ਰੇਡੀਓ ਆਪਣਾ ਪ੍ਰਵਾਜ਼ ਰੇਡੀਓ ਜਿਹੜਾ ਅਗਲਾ ਘੰਟਾ ਪ੍ਰੋਗਰਾਮ ਆਪਾਂ ਫਿਰ ਕਰਨਾ, ਹੁਣੇ ਕਰਨਾ, ਉਹ ਹੈ ਬਲਵੀਰ ਸਿੰਘ ਬੱਬੀ ਹੁਣਾਂ ਦੇ ਨਾਲ ਖਬਰਸਾਰ ਪ੍ਰੋਗਰਾਮ। ਫੇਸਬੁੱਕ ਦਾ ਆਪਾਂ 1 ਘੰਟੇ ਦਾ ਪ੍ਰੋਗਰਾਮ ਹੀ ਕਰਦੇ ਹਾਂ। ਉਦੋਂ ਤੱਕ ਤੁਸੀਂ ਫੇਸਬੁੱਕ 'ਤੇ ਮੇਰੇ ਜਿੰਨੇ ਵੀ ਵੀਰ ਭੈਣ ਭਰਾ ਦੋਸਤ ਮਿੱਤਰ ਜੁੜਦੇ ਆ, ਰੋਜ਼ ਜੁੜਦੇ ਆ, ਬਹੁਤ ਜੁੜਦੇ, ਤਾਦਾਦ ਵਿੱਚ ਜੁੜਦੇ ਆ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਤੇ ਸੁਣਦੇ ਰਹੋ ਪ੍ਰਵਾਜ਼ ਰੇਡੀਓ। ਆਪਾਂ ਕੋਈ 10 ਮਿੰਟ ਤੱਕ ਪ੍ਰਵਾਜ਼ ਰੇਡੀਓ ਦੇ ਉੱਪਰ ਬਲਵੀਰ ਸਿੰਘ ਬੱਬੀ ਹੁਣਾਂ ਦੇ ਨਾਲ ਰੂਬਰੂ ਹੋਣਾ, ਤੇ ਅਗਲਾ ਪ੍ਰੋਗਰਾਮ ਜਿਹੜਾ ਹੈਗਾ ਉਹ ਆਪਾਂ ਰੇਡੀਓ 'ਤੇ ਕਰਾਂਗੇ। ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਫੇਸਬੁੱਕ ਰੇਡੀਓ ਸਟਿਲ ਇਜ਼ ਵਰਕਿੰਗ। ਥੈਂਕ ਯੂ ਦੋਸਤੋ। ਇਹ ਸਨ